ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਖਾਲਸੋ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਈ। ਆਨ ਨਾ ਮਾਨੈ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹੀ। ਏਕ ਹਰੀ ਦਾਸ ਰੂਪ ਗੁਰ ਗ੍ਰੰਥ ਪੰਥ ਕੋ ਬੰਦ। ਗ੍ਰੰਥ ਪੰਥ ਪ੍ਰਕਾਸ਼ ਜਹ ਅਬ ਬਰਨੋ ਸੁਖ ਕੰਦ। ਗ੍ਰੰਥ ਪੰਥ ਪ੍ਰਕਾਸ਼ ਜਹ ਅਬ ਬਰਨੋ ਸੁਖ ਕੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਹਰ ਰੋਜ਼ ਦੀ ਤਰ੍ਹਾਂ ਜੋ ਸ਼ਾਮ ਦੇ ਸਮੇਂ ਆਪਾਂ ਨੂੰ ਗੁਰੂ ਮਹਾਰਾਜ ਦੇ ਦਰ ਘਰ ਦੀ ਹਾਜ਼ਰੀ ਸਤਸੰਗ ਘੜੀਆਂ ਪ੍ਰਾਪਤ ਹਨ। ਆਓ ਇਤਿਹਾਸ ਦੀ ਕਥਾ ਦਾ ਸਮਾਂ ਹੈ। ਸਤਿਕਾਰਯੋਗ ਪੰਥ ਰਤਨ ਗਿਆਨੀ ਗਿਆਨ ਸਿੰਘ ਜੀ ਉਹਨਾਂ ਦੁਆਰਾ ਰਚਿਤ ਮਹਾਨ ਇਤਿਹਾਸਕ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼, ਜਿਸ ਦੀ ਲੜੀਵਾਰ ਕਥਾ ਜੋ ਚੱਲ ਰਹੀ ਹੈ, ਤੋ ਹੁਣ ਆਪਾਂ ਬਿਲਕੁਲ ਸਮਾਪਤੀ ਦੇ ਨੇੜ ਤੇੜ ਜੋ ਅਖੀਰਲਾ ਅਧਿਆਇ ਹੈ 60ਵਾਂ ਅਧਿਆਇ ਉੱਤਰਾਰਧ ਭਾਗ ਦਾ, ਉਹਦੇ ਵਿੱਚ ਕੱਲ ਇਹ ਕਥਾ ਸਰਵਣ ਕੀਤੀ ਜੋ ਕਵੀ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਖਾਲਸੇ ਨੂੰ ਬੇਨਤੀ ਕੀਤੀ। ਔਰ ਮਰਜ਼ਾਦਾ ਤਹਿਤ ਹੀ ਭਾਵਨਾ ਹੀ ਸੀ ਗਿਆਨੀ ਜੀ ਦੀ, ਭਾਈ ਜਿਸ ਤਰ੍ਹਾਂ ਦੇ ਹੁਣ ਗੁਰਮੁਖ ਹੋਣਗੇ ਜੇ ਅੰਮ੍ਰਿਤ ਛਕਾਉਣ ਵਾਲੇ, ਬਾਣੀ ਬਾਣੇ ਦੇ ਧਾਰਨੀ, ਨਾਮ ਰਤੇ ਹੋਏ, ਉਹੇ ਜਿਹਾ ਫਿਰ ਛਕਣ ਵਾਲਿਆਂ ਦੇ ਵਿੱਚ ਵੀ ਗੁਣ ਪੈਦਾ ਹੁੰਦੇ ਹੈ, ਸਿੱਖੀ ਝਲਕਦੀ ਹੈ। ਇਸੇ ਤਰ੍ਹਾਂ ਗਿਆਨੀ ਜੀ ਕਹਿੰਦੇ ਭਾਈ ਕੜਾਹ ਪ੍ਰਸ਼ਾਦ ਹੈ, ਜੇ ਮਰਜ਼ਾਦਾ ਤੋਂ ਬਿਨਾਂ ਹੀ ਬਣੇਗਾ ਉਹਨੂੰ ਭੋਗ ਨਹੀਂ ਲੱਗਦਾ ਹੈ। ਉਹ ਤੇ ਫਿਰ ਕੌਡਾ ਰਾਖਸ਼ ਤੇ ਮਾਖਾ ਦੈਂਤ ਹੀ ਛਕਦੇ ਹੈ। ਇਹ ਪ੍ਰਾਤਨ ਪੋਥੀਆਂ ਵਿੱਚ ਐਸੇ ਗੁਰੂ ਕਿਆਂ ਦੇ ਬਚਨ ਮਿਲਦੇ। ਫਿਰ ਸਾਰੀ ਮਰਜ਼ਾਦਾ ਦੱਸੀ ਕਿਵੇਂ ਤਿਆਰ ਕਰਨਾ। 3 ਹਿੱਸੇ ਆਟਾ ਖੰਡ ਘਿਓ ਇੱਕੋ ਜੇ, ਔਰ ਸ਼ੁੱਧ ਜਲ, ਇਸ਼ਨਾਨ ਕਰਕੇ ਸਾਫ਼ ਵਸਤਰ ਪਾ ਕੇ ਬਾਣੀ ਪੜ੍ਹਦਿਆਂ ਹੋਇਆਂ ਮੁੱਖ ਨੂੰ ਵਸਤਰ ਨਾਲ ਢੱਕ ਕੇ ਪ੍ਰੇਮ ਦੇ ਨਾਲ ਗਿਆਨੀ ਜੀ ਕਹਿੰਦੇ ਭਾਈ ਕੜਾਹ ਪ੍ਰਸ਼ਾਦ ਤਿਆਰ ਹੋਵੇ ਤੇ ਸ਼ਰਧਾ ਭਗਤੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲੱਗੇ ਔਰ ਬਰਾਬਰ ਵਰਤਾਇਆ ਜਾਵੇ।
ਪੂਰਨ ਵਿਧੀ ਦੇ ਮੁਤਾਬਕ ਤੇ ਫਿਰ ਕਿਰਪਾ ਹੁੰਦੀ ਹੈ। ਤੇ ਜਿਹੜਾ ਕੋਈ ਭਾਈ ਬਜ਼ਾਰੂ ਹੈ, ਜਿਹੜਾ ਕੋਈ ਤੱਕੜੀਆਂ ਤੇ ਚੜਾ ਕਰਕੇ ਤੋਲ ਕੇ ਵੇਚਿਆ ਜਾਂਦਾ ਹੈ, ਉਹ ਬਜ਼ਾਰੂ ਸ਼ੀਰਨੀ ਮਠਿਆਈ ਮਿੱਠਾ ਤਾਂ ਹੋ ਸਕਦਾ ਹੈ, ਪਰ ਉਹ ਗੁਰਮੁਖੋ ਕੜਾਹ ਪ੍ਰਸ਼ਾਦ ਦੀ ਬਰਾਬਰੀ ਨਹੀਂ ਲੈ ਸਕਦਾ। ਗਿਆਨੀ ਜੀ ਕਹਿੰਦੇ ਭਾਈ ਉਹਨੂੰ ਇਸ ਤਰ੍ਹਾਂ ਗੁਰੂ ਭੋਗ ਨਹੀਂ ਲਾਉਂਦਾ ਹੈ। ਤੋ ਜਿਹੜੀ ਵਿਧੀ ਨਾਲ ਤਿਆਰ ਕੀਤਾ ਹੋਇਆ ਪ੍ਰਸ਼ਾਦ ਹੈ, ਉਹੀ ਮਹਾਰਾਜ ਕਿਰਪਾ ਕਰਦੇ ਨੇ, ਭੋਗ ਲਾਉਂਦੇ ਐ। ਔਰ ਇਸੇ ਤਰ੍ਹਾਂ ਹੀ ਭਾਈ ਅੰਮ੍ਰਿਤ ਦੀ ਦਾਤ ਹੈ, ਇਹ ਵੀ ਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਨਾਲ ਫਿਰ ਇਉਂ ਸ਼ੁਭ ਗੁਣ ਧਾਰਨ ਕਰਨ ਵਾਲੇ, ਪੰਜ ਵਿਕਾਰਾਂ ਨੂੰ ਨਾਸ਼ ਕਰਨ ਵਾਲੇ ਬਾਣੀ ਬਾਣੇ ਦੇ ਧਾਰਨੀ ਸਿੰਘ ਅੰਮ੍ਰਿਤ ਤਿਆਰ ਕਰਨ। ਤੇ ਫਿਰ ਦੱਸਿਆ ਵੀ ਹੈ ਕਿਹੜੀਆਂ ਬਾਣੀਆਂ ਪੜ੍ਹਨੀਆਂ: ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ। ਇਹ ਬਕਾਇਦਾ ਗਿਆਨੀ ਜੀ ਨੇ ਬਾਣੀਆਂ ਦੇ ਨਾਂ ਲਿਖੇ, ਫਿਰ ਰੇਤਾਂ ਕੁਰੇਤਾਂ ਨੂੰ ਧਾਰਨ ਕਰੇ। ਤੇ ਫਿਰ ਇਸ ਤਰ੍ਹਾਂ ਦਾ ਜਿਹੜਾ ਗੁਰਮੁਖ ਹੈ, ਉਹ ਭਾਈ ਗੁਰਸਿੱਖੀ ਨੂੰ ਅੱਗੇ ਵੀ ਫੈਲਾਵੇਗਾ, ਉਹਦੇ ਵਿੱਚ ਸਿੱਖੀ ਦੇ ਝਲਕਾਰੇ ਵੀ ਹੋਣਗੇ। ਤੋਂ ਨਾਲ ਹੀ ਗਿਆਨੀ ਗਿਆਨ ਸਿੰਘ ਜੀ ਨੇ ਬੇਨਤੀ ਕਰਤੀ ਵੀ ਦੇਖੋ, ਜੇ ਤਾਂ ਤੁਸੀਂ ਮੇਰੀ ਮੂਰਖਤਾ ਢੀਠਤਾ ਬਚਪਨਾ ਵੇਖੋਗੇ, ਫਿਰ ਤਾਂ ਮੇਰੇ 'ਚ ਦੋਸ਼ ਬਹੁਤ ਦਿਸਣਗੇ। ਮੈਂ ਕੋਈ ਉਪਦੇਸ਼ ਦੇਣ ਵਾਸਤੇ ਨਹੀਂ ਕਿਹਾ, ਮੈਂ ਤੇ ਬੇਨਤੀ ਹੋਈ ਕੀਤੀ ਹੈ ਤਾਂ ਕਿ ਜੇ ਕੋਈ ਗੱਲਾਂ ਕਹੀਆਂ ਨੇ ਤੇ ਉਹ ਗੁਰਮੁਖੋ ਇਹੀ ਹੈ ਵੀ ਦੋਸ਼ ਦੂਰ ਹੋ ਜਾਣ, ਪੰਥ ਦਾ ਵਾਧਾ ਹੋਵੇ। ਇਹ ਜਿਹੜਾ ਫਿਰ ਗ੍ਰੰਥ ਲਿਖਿਆ, ਇਹਦੀ ਬਾਬਤ ਵੀ ਲਿਖਤਾ ਵੀ ਮੈਂ ਤਾਂ ਇਉਂ ਪੰਥ ਅੱਗੇ ਪੇਸ਼ ਕਰਤਾ ਜਿਵੇਂ ਕਿਸੇ ਜੱਟ ਨੇ ਕੋਈ ਲੱਕੜ ਵੱਢੀ ਤੇ ਕਾਰੀਗਰ ਅੱਗੇ ਲਿਆ ਕੇ ਰੱਖਤੀ, ਉਹਨੇ ਦੇਖੋ ਉਹਦਾ ਕਿੰਨਾ ਕੁਝ ਅੱਗੇ ਬਣਾਤਾ। ਇਸੇ ਤਰ੍ਹਾਂ ਕਹਿੰਦੇ ਮੈਂ ਤਾਂ ਇਤਿਹਾਸ ਲਿਖ ਕੇ ਭਾਈ ਪੰਥ ਖਾਲਸੇ ਦੇ ਅੱਗੇ ਧਰਤਾ, ਹੁਣ ਕਿਰਪਾ ਕਰੂ ਆਪੇ ਪੰਥ ਖਾਲਸਾ ਕਾਰੀਗਰ ਰੂਪ ਹੋ ਕੇ ਮਨਜ਼ੂਰ ਕਰੂਗਾ, ਆਨੰਦ ਹੋਊ। ਇਹ ਜਿਹੀਆਂ ਬੇਨਤੀਆਂ ਗਿਆਨੀ ਗਿਆਨ ਸਿੰਘ ਜੀ ਨੇ ਕੀਤੀਆਂ ਵੀ ਮੇਰਾ ਕੋਈ ਹੋਰ ਮਤਲਬ ਨਹੀਂ ਹੈ, ਇਹ ਤਾਂ ਕੇਵਲ ਤੇ ਕੇਵਲ ਪੰਥ ਖਾਲਸੇ ਦਾ ਜਿਹੜਾ ਮੈਂ ਤਾਂ ਉਹ ਕੰਮ ਕੀਤਾ, ਜਿਵੇਂ ਪਹਿਰੇਦਾਰ ਹੈ ਉਹ ਜਗਾਉਣ ਦੀ ਕੋਸ਼ਿਸ਼ ਕਰਦਾ ਵੀ ਰਾਤ ਨੂੰ ਜਾਗਦੇ ਰਹੋ, ਵੀ ਕਈ ਮੇਰੇ 'ਚ ਦੋਸ਼ ਵੀ ਕੱਢਣਗੇ। ਉਹ ਫਿਰ ਇਉਂ ਹੈ ਜਿਵੇਂ ਚੋਰ ਜਿਹੜਾ ਹੈ ਉਹ ਪਹਿਰੇਦਾਰ ਤੇ ਗੁੱਸੇ ਹੁੰਦਾ ਹੈ, ਪਰ ਹੁਣ ਉਹ ਚੋਰ ਦਾ ਗੁੱਸਾ ਵਿਅਰਥ ਹੈ, ਕਿਉਂਕਿ ਪਹਿਰੇਦਾਰ ਦੀ ਤਾਂ ਡਿਊਟੀ ਹੈ। ਇਸੇ ਤਰ੍ਹਾਂ ਭਾਈ ਕਹਿੰਦੇ ਜਿਹੜੇ ਮੂਰਖ ਬੰਦੇ ਹੁੰਦੇ ਆ, ਉਹ ਚੰਗਾ ਜਿਵੇਂ ਕੋਈ ਕਵੀ ਹੈ ਉਹਨੂੰ ਦੇਖ ਕੇ ਖੋਟਾ ਕਵੀ ਗੁੱਸਾ ਕਰਦਾ, ਇਸੇ ਤਰ੍ਹਾਂ ਮੂਰਖ ਹੰਕਾਰੀ ਲੋਕ ਕੋਈ ਸੰਤ ਮਹੰਤ ਦਾ ਸਤਿਕਾਰ ਹੁੰਦਾ ਵੇਖ ਕੇ ਵੀ ਗੁੱਸਾ ਕਰਦੇ ਆ। ਤੋ ਸਤਿਗੁਰੂ ਪਾਤਸ਼ਾਹੀ ਕਿਰਪਾ ਕਰਨ। ਇਉਂ ਗਿਆਨੀ ਗਿਆਨ ਸਿੰਘ ਜੀ ਨੇ ਆਪਣੀ ਭਾਵਨਾ ਦੱਸੀ। ਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੁੰਦੀ ਹੈ, ਇਹ satsang ਕਰਨੀ ਚਾਹੀਦੀ ਹੈ। ਜਿਵੇਂ ਪਿਉਂਦ ਚੜ੍ਹ ਜੇ ਖੱਟਾ ਫਲ ਵੀ ਸੰਤਰਾ ਬਣ ਜਾਂਦਾ ਹੈ। ਕੀੜੇ ਤੋਂ ਭਰਿੰਗੀ ਜਿਹੜਾ ਹੈ ਉਹ ਸੰਗ ਦਾ ਹੀ ਦੇਖੋ ਅਸਰ ਹੈ, ਮਿੱਟੀ ਦਾ ਘਰ ਬਣਾਉਂਦਾ। ਕਈ ਵਾਰ ਇਹ ਤੇ ਗੱਲ ਆਪ ਜੀ ਨੇ ਸਾਂਝੀ ਕੀਤੀ ਹੈ, ਉਹ ਕਿਸੇ ਹੋਰ ਆਪਣੇ ਵਰਗੇ ਜੀਵ ਦਾ ਅੰਡਾ ਚੁੱਕ ਲਿਆਉਂਦਾ ਤੇ ਆਪਣੀ ਮਿੱਟੀ ਦੇ ਘਰ 'ਚ ਰੱਖ ਕੇ ਉਹਨੂੰ ਆਵਾਜ਼ ਸੁਣਾਈ ਜਾਂਦਾ ਹੈ, ਤੇ ਜਦੋਂ ਉਸ ਅੰਡੇ ਵਿੱਚੋਂ ਜੀਵ ਨਿਕਲਦਾ ਉਹ ਭਰਿੰਗੀ ਨਿਕਲਦੀ ਆ, ਭਰਿੰਡ ਵਰਗਾ ਇੱਕ ਜੀਵ ਜਿਹਾ। ਵਰਨਾ ਭਰਿੰਗੀ ਜਿਹੜਾ ਇਹ ਜੀਵ ਹੈ ਨਾ ਤਾਂ ਆਪ ਅੰਡਾ ਦਿੰਦਾ ਨਾ ਬੱਚਾ, ਸਿਰਫ ਆਪਣੀ ਕਿਸਮ ਦੇ ਹੋਰਾਂ ਜੀਵਾਂ ਦੇ ਅੰਡਿਆਂ ਨੂੰ ਹੀ ਚੁੱਕ ਕੇ ਲਿਆ ਕੇ ਆਪਣੇ ਮਿੱਟੀ ਦੇ ਘਰ 'ਚ ਰੱਖ ਕੇ ਆਪਣੀ ਆਵਾਜ਼ ਸੁਣਾ ਕੇ ਆਪਣਾ ਰੂਪ ਦੇ ਦਿੰਦਾ। ਕੁਦਰਤ ਨੇ ਇਹਦਾ ਵਿਧਾਂਤ ਇਸੇ ਤਰ੍ਹਾਂ ਹੀ ਬਣਾਇਆ, ਪਰਮੇਸ਼ਰ ਨੇ। ਉਹ
ਉਹ ਵੀ ਤਾਂ ਸੰਗ ਹੈ ਨਾ, ਕਿ ਉਹ ਕਿਸੇ ਹੋਰ ਜੀਵ ਦੇ ਅੰਡੇ ਨੇ ਭਰਿੰਗੀ ਦਾ ਸੰਗ ਕੀਤਾ, ਉਹਦੀ ਆਵਾਜ਼ ਸੁਣੀ ਤੇ ਉਸੇ ਦਾ ਰੂਪ ਹੋ ਗਿਆ। ਉਹਨੇ ਪੁਰਾਣਾ ਰੂਪ ਆਪਣਾ ਬਦਲਤਾ। ਇਸੇ ਤਰ੍ਹਾਂ ਜਿਹੜੀ ਗੁਰੂ ਕੀ ਸਤਸੰਗ ਹੈ ਨਾ, ਇੱਥੇ ਗੁਰਮੁਖੋ ਖੋਟਾ ਸੁਭਾਅ ਖਤਮ ਹੋ ਜਾਂਦਾ ਹੈ। ਜਿਵੇਂ ਲੋਹੇ ਤੋਂ ਪਾਰਸ ਨਾ ਲੱਗ ਕੇ ਸੋਨਾ ਬਣ ਜਾਂਦਾ ਲੋਹਾ, ਇਸੇ ਤਰ੍ਹਾਂ ਗੁਰੂ ਕੀ ਸਾਧ ਸੰਗਤ ਦਾ ਅਸਰ ਗੁਰੂ ਉਪਦੇਸ਼ ਸੁਣਨ ਦੇ ਨਾਲ ਜੀਵ ਕੰਚਨਵਤ ਹੋ ਜਾਂਦਾ ਹੈ। ਆਓ ਅੱਗੇ ਜੋ ਬੇਨਤੀਆਂ ਤੇ ਫਿਰ ਗੁਰਮੁਖੋ ਆਪਣਾ ਬਿਰਤਾਂਤ ਦੱਸਣਗੇ। ਪਿਆਰ ਤੇ ਸਤਿਕਾਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਰਮਾਰਥ ਵਿਵਹਾਰ ਜਿਉ ਬਦਲੇ ਸਭ ਜਨ ਕੇਰ। ਜਿਵੇਂ ਗੁਰਮੁਖੋ ਪਰਮਾਰਥੀ ਤੇ ਵਿਵਹਾਰਕ ਕਰਮ ਸਾਰੇ ਲੋਕਾਂ ਦੇ ਬਦਲ ਗਏ, ਧਰਮ ਕਰਮ ਵੀ ਸੰਸਾਰੀ ਕਰਮ ਵੀ, ਜਿਵੇਂ ਸਭ ਲੋਕਾਂ ਦੇ ਬਦਲੇ ਹਨ। ਜਥਾ ਰਾਜ ਪਰਜਾ ਤਥਾ ਭਾਵਤ ਸਮੇਂ ਕਾ ਫੇਰ। ਗਿਆਨੀ ਜੀ ਕਹਿੰਦੇ ਅਸੀਂ ਤਾਂ ਭਾਈ ਉਹ ਸਮੇਂ ਦਾ ਬਦਲਾਅ ਦੱਸਿਆ, ਜ਼ਮਾਨੇ ਦਾ। ਫਿਰ ਇਹ ਦੱਸਿਆ ਕਿ ਜਿਹੋ ਜਿਹਾ ਜਥਾ ਰਾਜ ਪਰਜਾ ਤਥਾ, ਜਿਹੋ ਜਿਹਾ ਰਾਜਾ ਹੁੰਦਾ ਹੈ ਉਹੇ ਜੀ ਪਰਜਾ ਹੋ ਜਾਂਦੀ ਹੈ। ਭਾਵਤ ਸਮੇਂ ਕਾ ਫੇਰ, ਇਉਂ ਜਿਹੜਾ ਸਮੇਂ ਦਾ ਚੱਕਰ ਹੈ ਉਹ ਫਿਰਦਾ ਬਦਲਦਾ ਹੈ। ਲਖਨ ਸਿੰਘਨ ਕੇ ਲਿਖੇ ਜੈਸ ਪਿਖੇ ਹਮ ਪੂਰ। ਫਿਰ ਕਹਿੰਦੇ ਭਾਈ ਅਸੀਂ ਸਿੰਘਾਂ ਦੇ ਲੱਛਣ ਲਿਖੇ ਆ, ਉਹ ਜਿਹੋ ਜਿਹੇ ਅਸੀਂ ਬਹੁਤੇ ਵੇਖੇ ਉਸ ਤਰ੍ਹਾਂ ਲਿਖੇ ਹਨ। ਪਿਛਲੇ ਅਬ ਕੇ ਸਭ ਸਹੀ ਕਹੇ ਏਕ ਨਹਿ ਕੂਰ। ਜਿਹੋ ਜਿਹੇ ਪਿਛਲਿਆਂ ਦੇ ਜੀਵਨ ਲੱਛਣ ਸੀ ਉਹ ਵੀ, ਤੇ ਜਿਹੋ ਜਿਹੇ ਹੁਣ ਵਾਲਿਆਂ ਦੇ ਐ। ਮੈਂ ਗਿਆਨੀ ਜੀ ਕਹਿੰਦੇ ਕਹੇ ਨੇ, ਕੋਸ਼ਿਸ਼ ਕੀਤੀ ਮੈਂ ਆਪਣੇ ਵੱਲੋਂ ਯਥਾਰਥ ਕਹੇ ਆ, ਸੱਚ ਕਹੇ ਐ। ਏਕ ਨਹਿ ਕੂਰ, ਇੱਕ ਵੀ ਮੈਂ ਕੋਈ ਝੂਠ ਨਹੀਂ ਕਿਹਾ ਹੈ। ਐਬ ਦਿਖਾਵਨ ਨਹਿ ਕਰੇ ਰਰੇ ਜਗਾਵਨ ਹੇਤ। ਫਿਰ ਕਹਿੰਦੇ ਜਿਹੜੀਆਂ ਕਮੀਆਂ ਦੱਸੀਆਂ ਉਹ ਭਾਈ ਮੈਂ ਕੋਈ ਇਹ ਨਹੀਂ ਦੱਸਿਆ ਵੀ ਐਬ ਦਿਖਾਉਣੇ ਸੀ ਲੋਕਾਂ ਨੂੰ, ਮੈਂ ਕੋਈ ਸਿੰਘਾਂ ਦੇ ਔਗਣ ਦੁਨੀਆ ਨੂੰ ਦਿਖਾਉਣ ਵਾਸਤੇ ਲਿਖੇ ਨਹੀਂ, ਸਿਰਫ ਮੈਂ ਜਗਾਉਣ ਦੇ ਵਾਸਤੇ ਕਹੇ ਹਨ। ਹੈ ਉਮੈਦ ਸਿੰਘ ਬੀਰ ਮਮ ਸੁਨ ਬਹੁ ਭਵੈ ਸੁਚੇਤ। ਤੇ ਗਿਆਨੀ ਜੀ ਕਹਿੰਦੇ ਮੈਨੂੰ ਉਮੀਦ ਹੈ ਉਮੈਦ ਸਿੰਘ ਬੀਰ ਮਮ, ਵੀ ਜਿਹੜੇ ਸਿੰਘ ਨੇ ਮੇਰੇ ਭਰਾ ਨੇ, ਤੇ ਇਹ ਸੁਣ ਕੇ ਭਾਈ ਬਹੁਤੇ ਸੁਚੇਤ ਹੀ ਹੋਣਗੇ। ਕਰ ਭੋਜਨ ਆਰ ਘਰ ਛਕੋ ਜ਼ਹਿਰ ਕਿਉ ਨਾ ਮਰ ਜਾਹੇ। ਕਰ ਭੋਜਨ ਆਰ ਘਰ, ਕਹਿੰਦੇ ਜੇ ਕੋਈ ਇਹ ਕਹੇ ਕਿ ਤੂੰ ਇਉਂ ਕਰ ਦੁਸ਼ਮਣ ਦੇ ਘਰੇ ਜਾ ਕੇ ਭੋਜਨ ਛਕ, ਭੋਜਨ ਕਰ, ਤੇ ਦੂਜੀ ਗੱਲ ਕਹਿੰਦੇ ਛਕੋ ਜ਼ਹਿਰ, ਤੇ ਜਾਂ ਕੋਈ ਕਹਿ ਲਵੇ ਵੀ ਆਹ ਜ਼ਹਿਰ ਹੈ ਇਹ ਤੂੰ ਖਾ ਲੈ, ਤੇ ਤੀਜੀ ਗੱਲ ਕਿਉਂ ਨਾ ਮਰ ਜਾਏ, ਤੇ ਜਾਂ ਕਿ ਤੂੰ ਮਰ ਕਿਉਂ ਨਹੀਂ ਜਾਂਦਾ ਹੈ। ਇਨ ਤਿੰਨ ਬਚਨੋ ਸਮ ਸਹੀ ਹਾਰਦ ਹਮਰੋ ਆਹੀ। ਹੁਣ ਇਹਨਾਂ ਤਿੰਨਾਂ ਬਚਨਾਂ ਵਾਂਗੂ ਕਹਿੰਦੇ ਜਿਹੜਾ ਸਾਡੇ ਮਨ ਦਾ ਭਾਵ ਹੈ ਨਾ, ਜਿਵੇਂ ਇਹ ਤਿੰਨ ਬਚਨ ਕਹੇ ਨੇ। ਹੁਣ ਕਿਸੇ ਨੇ ਕੋਈ ਕਹਿ ਦੇ ਵੀ ਤੂੰ ਦੁਸ਼ਮਣ ਦੇ ਘਰੇ ਜਾ ਕੇ ਭੋਜਨ ਕਰ ਲੈ, ਜਾਂ ਦੂਜੀ ਗੱਲ ਕਿਸੇ ਨੇ ਕਹਿਤਾ ਤੂੰ ਜ਼ਹਿਰ ਖਾ ਲਾ, ਤੀਜੀ ਗੱਲ ਕਹਿੰਦੇ ਕੋਈ ਕਹਿ ਦੇ ਤੂੰ ਮਰ ਕਿਉਂ ਨਹੀਂ ਜਾਂਦਾ। ਇਹ ਤਿੰਨ ਗੱਲਾਂ ਕਹਿਤੀਆਂ, ਪਰ ਤਿੰਨਾਂ ਗੱਲਾਂ ਕਹਿਣ ਦੇ ਨਾਲ ਕੋਈ ਮਰਦਾ ਤਾਂ ਨਹੀਂ ਹੈ। ਤਾਂ ਹੁਣ ਜੇ ਕੋਈ ਦੁਸ਼ਮਣ ਦੇ ਘਰੋਂ ਜਾ ਕੇ ਕੋ ਖਾਊਗਾ ਫੇਰ ਹੀ ਉਹਨੂੰ ਸੂਝਾਂ ਜ਼ਹਿਰ ਖਾਊਗਾ,
ਇਸ ਤਰ੍ਹਾਂ ਕਿਸੇ ਦੇ ਕਹਿਣ ਨਾਲ ਨਹੀਂ ਹੁੰਦਾ। ਗਿਆਨੀ ਜੀ ਕਹਿੰਦੇ ਇਨ ਤਿੰਨ ਬਚਨੋਂ ਸਮ ਸਹੀ ਹਾਰਦ ਹਮਰੋ ਆਹੇ। ਭਾਈ ਇਹਨਾਂ ਤਿੰਨਾਂ ਬਚਨਾਂ ਮੁਤਾਬਕ ਜਿਵੇਂ ਕਿਸੇ ਦਾ ਮਰਨਾ ਨਹੀਂ ਨਾ ਹੁੰਦਾ, ਇਹ ਤਾਂ ਸਿਰਫ ਤੇ ਸਿਰਫ ਔਗਣ ਛਡਾਉਣ ਵਾਸਤੇ ਕਹੇ ਜਾਂਦੇ ਆ। ਜਿਵੇਂ ਆਮ ਕੋਈ ਕਹਿ ਦੇਵੇ ਆਹ ਕੰਮ ਕਰਦਾ ਇਦੋਂ ਤਾਂ ਮਰ ਜਾ, ਉਹਦਾ ਭਾਵ ਉਹ ਮਰਨ ਨੂੰ ਨਹੀਂ ਕਹਿ ਰਿਹਾ, ਉਹਦਾ ਭਾਵ ਤਾਂ ਇਹੀ ਹੈ ਕਿ ਆਹ ਕਰਮ ਨਾ ਕਰ ਭਾਈ ਮਾੜਾ। ਗਿਆਨੀ ਜੀ ਕਹਿੰਦੇ ਇਸੇ ਤਰ੍ਹਾਂ ਭਾਈ ਜਿਹੜੇ ਅਸੀਂ ਔਗਣ ਦੱਸੇ ਨੇ ਸਿੰਘਾਂ ਦੇ ਵਿੱਚ ਆਏ ਹੋਏ, ਉਹ ਇਸ ਕਰਕੇ ਹੀ ਹੈ ਇਹ ਅਸੀਂ ਔਗਣ ਦੁਨੀਆ ਨੂੰ ਦਿਖਾਉਣ ਵਾਸਤੇ ਨਹੀਂ, ਸਗੋਂ ਸੁਚੇਤ ਕਰਨ ਵਾਸਤੇ ਕਹੇ ਹਨ। ਤਰਕ ਮਾਨ ਕੈ ਭੀ ਭਲਾ ਜੇ ਸਿੰਘ ਗਹਿ ਇਤਫਾਕ। ਅਸੀਂ ਕਹਿੰਦੇ ਤਰਕ ਕੀਤਾ ਵੀ ਜੇ ਤਰਕ ਮੰਨ ਕੇ ਵੀ ਚੰਗਾ ਹੀ ਹੈ, ਜੇ ਇਸ ਗੱਲ ਤੋਂ ਹੀ ਸਿੰਘ ਏਕਾ ਕਰ ਲੈਣ, ਇਤਫਾਕ ਕਰ ਲੈਣ। ਤੋ ਭੀ ਮਨਸਾ ਨਰਦ ਮਮ ਬਿਨਾ ਦਰਦ ਜਹ ਪਾਕ। ਫੇਰ ਵੀ ਕਹਿੰਦੇ ਭਾਈ ਮੇਰੀ ਇੱਛਾ ਰੂਪੀ ਜਿਹੜੀ ਨਰਦ ਹੈ ਉਹ ਬਿਨਾ ਦੁੱਖ ਤੋਂ ਪੱਕ ਜਾਵੇਗੀ। ਜਿਵੇਂ ਖੇਡਣ ਵਾਲੇ ਐ, ਉਹ ਕਹਿੰਦੇ ਵੀ ਨਰਦ ਪੱਕ ਗਈ, ਇਉਂ ਮੇਰੀ ਇੱਛਾ ਰੂਪੀ ਨਰਦ ਜੇ ਕਹਿੰਦੇ ਸਿੰਘਾਂ 'ਚ ਏਕਾ ਹੋ ਜੇ ਤਾਂ ਸਮਝੋ ਮੇਰੀ ਤਾਂ ਇੱਛਾ ਰੂਪੀ ਨਰਦ ਬਿਨਾਂ ਹੀ ਦੁੱਖ ਤੋਂ ਪੱਕ ਗਈ। ਬਦਨਾਮੀ ਕਾ ਹੇਤ ਜੋ ਔਗਣ ਤਜ ਗੁਣ ਗ੍ਰਾਹੀ। ਇਸ ਕਰਕੇ ਇਹ ਬਦਨਾਮੀ ਦੇ ਕਾਰਨ ਹੀ ਜੇ ਭਾਈ ਕੋਈ ਔਗਣ ਛੱਡ ਕੇ ਗੁਣਾਂ ਨੂੰ ਗ੍ਰਹਿਣ ਕਰ ਲਵੇ। ਵਜਨ ਕਰੈ ਬਦ ਨੇਕ ਕੋ ਪਰੈ ਸਫਲ ਮਮ ਪ੍ਰਾਹੀ। ਤਾਂ ਭਾਈ ਵਜਨ ਕਰੈ ਬਦ ਨੇਕ ਕੋ, ਚੰਗੇ ਮਾੜੇ ਦਾ ਕੋਈ ਵਜਨ ਕਰ ਲੈਣ, ਤੋਲ ਬਦੀ ਨੇਕੀ ਦਾ ਵਿਚਾਰ ਕਰ ਲੈਣ। ਪਰੈ ਸਫਲ ਮਮ ਪ੍ਰਾਹੇ, ਤਾਂ ਮੇਰਾ ਕਿਹਾ ਹੋਇਆ ਇਹ ਜਾਣੋ ਕਿ ਮੈਂ ਸਮਝਾਂਗਾ ਸਫਲ ਹੋ ਗਿਆ। ਰਜਨ ਜਾਗ ਬੜ ਮਜਨ ਕਰ ਭਜਨ ਜਜਨ ਗੁਰ ਗ੍ਰੰਥ। ਫਿਰ ਗਿਆਨੀ ਜੀ ਕਹਿੰਦੇ ਗੁਰਮੁਖੋ ਜੀਵਨ ਚੰਗਾ ਬਣਾਓ ਭਾਈ। ਰਜਨ ਜਾਗ ਬੜ, ਵੱਡੀ ਰਾਤੀ ਜਾਗ ਕਰਕੇ ਮਜਨ ਕਰ, ਮਜਨ ਇਸ਼ਨਾਨ ਕਰੋ। ਭਜਨ ਜਜਨ ਗੁਰ ਗ੍ਰੰਥ, ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਔਰ ਪਰਮੇਸ਼ਰ ਦਾ ਭਜਨ ਕਰੋ। ਸਜਨ ਸਜਨ ਭਵ ਗਜਨ ਜੈਮ ਲਜਨ ਤਜਨ ਪਰ ਪੰਥ। ਤੇ ਇਸ ਕਰਕੇ ਐਸੇ ਸੱਜਣ ਪੁਰਸ਼, ਸਜਨ ਸਜਨ ਭਵ ਗਜਨ ਜੈਮ, ਸੰਸਾਰ ਦੇ ਵਿੱਚ ਹਾਥੀਆਂ ਵਰਗੇ ਸਜ ਰਹੇ ਐ, ਸਜ ਜਾਣ। ਲਜਨ ਤਜਨ ਪਰ ਪੰਥ, ਤੇ ਇਸ ਤਰ੍ਹਾਂ ਭਾਈ ਜਿਹੜੇ ਪਰਾਏ ਪੰਥ ਭੇਖ ਹੈ ਉਧਰੋਂ ਲੱਜਾ ਖਾ ਕੇ ਉਹਨਾਂ ਨੂੰ ਛੱਡ ਦੇਣ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ। ਕਰ ਸਤ ਸੰਗਤ ਰੰਗ ਨਿਜ ਧਰੈ ਪਾਕ ਇਤਫਾਕ। ਫਿਰ ਭਾਈ ਰੋਜ਼ ਸਤਸੰਗ ਕਰਦਿਆਂ ਆਪਣੇ ਜੀਵਨ ਵਿੱਚ ਪ੍ਰੇਮ ਧਾਰਨ ਕਰਨ ਔਰ ਆਪਣੇ ਆਪ ਨੂੰ ਪਿਆਰ ਵਿੱਚ ਰੰਗ ਕਰਕੇ ਧਰੈ ਪਾਕ ਇਤਫਾਕ, ਪਵਿੱਤਰ ਏਕਤਾ ਜਿਹੜੀ ਹੈ ਉਹ ਧਾਰਨ ਕਰਨ। ਹੂੜ ਮਾਰ ਬੂਢਾਨ ਕੇ ਤਜ ਅਗੂੜ ਲਾਜਵਾਕ। ਗਿਆਨੀ ਜੀ ਕਹਿੰਦੇ ਹੂੜ ਮਾਰਨ, ਹੂੜ ਕਹੀਏ ਹੁੱਡ ਮਾਰਨੀ, ਭਾਵ ਢੁੱਡ ਮਾਰਨੀ, ਕੂਣੀ ਮਾਰ ਜਿਹੜੇ ਹੈ ਨਾ, ਕੂਣੀ ਮਾਰ ਬੁੱਢਿਆਂ ਦੇ, ਲੱਜਿਆ ਵਾਲੇ ਸ਼ਰਮ ਵਾਲੇ ਜਿਹੜੇ ਬਚਨ ਹੁੰਦੇ ਆ, ਜਿਹੜੇ ਉਹ ਲੱਜਾ ਵਾਲੇ ਕਰਦੇ ਨੇ, ਉਹ ਬੜੇ ਹੀ ਅਗੂੜ ਨੇ, ਪ੍ਰਗਟ ਹੀ ਹੈ। ਤੇ ਉਹਨਾਂ ਨੂੰ ਕਹਿੰਦੇ ਭਾਈ ਛੱਡ ਕਰਕੇ ਤਜ ਅਗੂੜ ਲਾਜਵਾਕ, ਤੁਸੀਂ ਏਕਾ ਕਰੋ। ਜਿਉ ਤਿਉ ਕਰ ਨਿਜ ਪੰਥ ਕੀ ਕਰੈ ਉਨਤੀ ਗੌਰ। ਜਿਵੇਂ ਤਿਵੇਂ ਵੀ ਕਰਕੇ ਆਪਣੇ ਭਾਈ ਇਸ ਪੰਥ ਦੀ ਉਨਤੀ, ਬਹੁਤੀ ਤਰੱਕੀ ਕਰਨੀ ਚਾਹੀਦੀ ਹੈ। ਇਹੋ ਕੂਕੇ ਇਹੋ ਨਿਰਮਲੇ
ਇਹੋ ਨਿਹੰਗ ਇਹੋ ਔਰ। ਕਹਿੰਦੇ ਜਿਹੜਾ ਉਹ ਕੂਕੇ ਨੇ ਆ ਨਿਰਮਲੇ ਐ, ਨਿਹੰਗ ਐ, ਫਲਾਣੇ ਇਸ ਤਰ੍ਹਾਂ ਭਾਈ ਇਹ ਹੋਰ ਐ। ਇਹੋ ਤਜ ਸਭ ਇੱਕ ਮੇਕ ਹੋਇ, ਰਹਿ ਧਾਰ ਦਿੜ ਪਿਆਰ। ਇਹ ਸਾਰਾ ਕੁਝ ਛੱਡ ਕੇ ਨਾ ਇੱਕਮਿਕ ਹੋ ਕੇ ਵੀ ਅਸੀਂ ਗੁਰੂ ਮਹਾਰਾਜ ਕਲਗੀਧਰ ਦੇ ਸਿੱਖ ਹਾਂ। ਇਹ ਸਿੱਖੀ ਫੁਲਵਾੜੀ ਹੈ, ਔਰ ਇਹ ਸਿੱਖੀ ਦੀ ਫੁਲਵਾੜੀ ਵਿੱਚ ਪੰਥ ਨੇ ਤਰ੍ਹਾਂ ਤਰ੍ਹਾਂ ਦੇ। ਕੋਈ ਕੂਕਿਆਂ ਦਾ ਪੰਥ ਹੈ, ਕੋਈ ਗੁਰਮੁਖੋ ਨਿਰਮਲਾ ਪੰਥ ਹੈ, ਕੋਈ ਦਾਸੀ ਪੰਥ ਹੈ, ਕੋਈ ਨਿਹੰਗ ਪੰਥ ਹੈ, ਕੋਈ ਕਿਵੇਂ। ਇਹ ਜਾਣੋ ਜਿਵੇਂ ਸਿੱਖੀ ਦੀ ਫੁਲਵਾੜੀ ਵਿੱਚ ਵੱਖਰੇ ਵੱਖਰੇ ਫੁੱਲ ਨੇ ਤੇ ਹਰ ਫੁੱਲ ਦੀ ਆਪਣੀ ਮਹਾਨਤਾ ਹੈ। ਇਸ ਤਰ੍ਹਾਂ ਗੁਰੂ ਮਹਾਰਾਜ ਨੇ ਜਿਵੇਂ ਖਾਲਸਾ ਪੰਥ ਸਾਜਿਆ, ਇਹ ਸਿੱਖੀ ਵਿੱਚ ਇੱਕ ਪੰਥ ਹੈ ਖਾਲਸਾ ਪੰਥ, ਤੇ ਬਾਕੀ ਜਿਵੇਂ ਨਿਰਮਲਾ ਪੰਥ, ਉਦਾਸੀ ਪੰਥ, ਇਹ ਗੁਰਮੁਖੋ ਸ਼ਾਖਾ ਹੀ ਨਾ ਸਾਰੀਆਂ, ਮਹਾਰਾਜ ਦੀ ਹੋਈ ਫੁਲਵਾੜੀ ਹੈ ਨਾ। ਗਿਆਨੀ ਜੀ ਕਹਿੰਦੇ ਇਹੋ ਤਜ ਸਭ ਇੱਕ ਮੇਕ ਹੋਇਆ। ਇਹ ਜਿਹੜਾ ਇਸ ਤਰ੍ਹਾਂ ਬਖਰੇਵਾਂ ਛੱਡ ਕੇ ਨਾ ਇੱਕਮਿਕ ਹੋਣਾ, ਰਹਿ ਧਾਰ ਦਿੜ ਪਿਆਰ, ਤੇ ਇਉਂ ਆਪਣੇ ਅੰਦਰ ਪਰਪੱਕ ਪ੍ਰੇਮ ਧਾਰਨਾ ਹੈ। ਇੱਕ ਕੀ ਇੱਕ ਉਸਤਤ ਕਰੈ, ਨਿੰਦ ਜਿੱਦ ਤਜ ਸਾਰ। ਇਉਂ ਹਰੇਕ ਇੱਕ ਦੀ ਦੂਜਾ ਉਸਤਤੀ ਕਰੇ, ਮਹਿਮਾ ਕਰੇ ਵੀ ਭਾਈ ਉਹ ਵੀ ਚੰਗੇ ਹੈ। ਹੁਣ ਤਾਂ ਨਿੰਦਾ ਨਾ, ਹੁਣ ਤਾਂ ਜਿਹੜਾ ਕੋਈ ਹੈ ਉਹ ਕਹਿੰਦਾ ਮੈਂ ਜੋ ਕਰ ਰਿਹਾ ਉਹ ਸਹੀ ਹੈ, ਬਾਕੀ ਤਾਂ ਮਾੜਾ ਕਰਦੇ ਆ। ਲੇਕਿਨ ਇੱਕ ਦੀ ਕਿਸ ਤਰ੍ਹਾਂ ਉਸਤਤੀ ਕਰੇ, ਨਿੰਦ ਤੇ ਜੈਦ ਨੂੰ ਛੱਡ ਕਰਕੇ। ਖੇਦ ਭੇਦ ਤੈ ਬੇਦ ਕਹਿ, ਹੈ ਅਭੇਦ ਸੁਖਦਾਈ। ਵੇਦ ਗ੍ਰੰਥ ਵੀ ਇਹ ਗੱਲ ਕਹਿੰਦੇ ਨੇ, ਜਿਹੜਾ ਫੁੱਟ ਪੈ ਜੇ ਨਾ, ਜਿਹੜਾ ਫੁੱਟ ਦੇ ਨਾਲ ਦੁੱਖ ਹੁੰਦਾ ਹੈ, ਫੁੱਟ ਪੈ ਜੇ ਉਹਦੇ ਵਰਗਾ ਦੁੱਖ ਕੋਈ ਨਹੀਂ ਹੈ। ਅਭੇਦ ਸੁਖਦਾਈ, ਜਿਹੜੀ ਏਕਤਾ ਹੁੰਦੀ ਹੈ, ਇਹ ਵੇਦ ਕਹਿੰਦੇ ਨੇ ਭਾਈ ਸੁਖਦਾਈ ਹੁੰਦੀ ਹੈ, ਇਹ ਫਾਇਦੇਮੰਦ ਹੈ। ਤਾਂ ਤੇ ਭ੍ਰਮ ਕਰਮ ਭੇਦ ਤਜ, ਪੰਥ ਏਕ ਸਭ ਥਾਈ। ਇਸ ਕਰਕੇ ਭਾਈ ਭਰਮ ਕਰਮ ਹੋਰ ਭੇਦ ਛੱਡ ਕੇ ਸਾਰਾ ਪੰਥ ਇੱਕ ਜਗ੍ਹਾ ਹੋ ਜਾਵੇ। ਖਾਨ ਪਾਨ ਪਹਿਰਾਨ ਤਨ, ਕਿਰਿਆ ਢੰਗ ਰੰਗ ਰੂਪ। ਖਾਣਾ ਪਹਿਨਣਾ ਪੀਣਾ, ਤਨ ਦੇ ਉੱਤੇ ਪਹਿਨਣਾ, ਹੋਰ ਜਿਹੜੇ ਕਿਰਿਆ ਦੇ ਢੰਗ ਰੰਗ ਰੂਪ ਹਨ। ਇਹੋ ਇੱਕ ਭਏ ਨਾ ਹੋਇ ਕਬੀ, ਅਰ ਨਿਭ ਸਕੈ ਨਾ ਖੂਪ। ਇਹ ਤਾਂ ਗਿਆਨੀ ਜੀ ਕਹਿੰਦੇ ਭਾਈ ਪਹਿਲਾਂ ਤੋਂ ਹੀ ਕਦੇ ਇੱਕ ਨਹੀਂ ਹੋਏ, ਕਿਉਂਕਿ ਜਿਹੋ ਜਿਹੇ ਏਰੀਏ 'ਚ ਜਾਂਦੇ ਆਪਾਂ ਖਾਣ ਪੀਣ ਬਦਲ ਜਾਂਦਾ ਹੈ, ਪਹਿਨਣਾ ਪੀਣਾ ਬਦਲ ਜਾਂਦਾ ਹੈ, ਬੋਲੀ ਬਦਲ ਜਾਂਦੀ ਹੈ। ਬੋਲੀ ਤਾਂ ਤੁਸੀਂ ਦੇਖੋ ਵੀ 50 ਕਿਲੋਮੀਟਰ ਏਰੀਆ ਪਰੇ ਉਰੇ ਚਲੇ ਜਾਓ, ਥੋੜਾ ਬਹੁਤਾ ਗੱਲਾਂ ਦਾ ਫਰਕ ਪੈ ਜਾਂਦਾ ਹੈ। ਫਿਰ ਰੰਗ ਕੰਮ ਕਰਨ ਦੇ ਢੰਗ ਤਰੀਕੇ ਰੂਪ ਨੈਣ ਨਕਸ਼ੇ ਏਰੀਏ ਦੇ ਹਿਸਾਬ ਨਾਲ ਦੁਨੀਆ ਦੇ ਬਦਲਦੇ ਹੈ। ਇਹੋ ਇੱਕ ਭਏ ਨਾ ਹੋਇਆ ਕਬੀ, ਇਹ ਤਾਂ ਕਹਿੰਦੇ ਕਦੇ ਵੀ ਇੱਕ ਨਹੀਂ ਹੋਏ। ਅਰ ਨਿਭ ਸਕੈ ਨਾ ਖੂਬ, ਤੇ ਚੰਗੀ ਤਰ੍ਹਾਂ ਇਹ ਨਿਭ ਵੀ ਨਹੀਂ ਸਕਦੇ ਹਨ। ਇਨ ਬਿਨ ਔਰ ਏਕਤਾ, ਇਸ਼ਟ ਉਪਾਸਨ ਨਾਮ। ਇਹਨਾਂ ਤੋਂ ਬਿਨਾਂ ਕਹਿੰਦੇ ਹੋਰ ਏਕਤਾ ਹੋਣੀ ਚਾਹੀਦੀ ਹੈ। ਕਿਹੜੀ? ਇਸ਼ਟ ਉਪਾਸਨ ਨਾਮ, ਇਸ਼ਟ ਦੀ ਉਪਾਸਨਾ ਤੇ ਪਰਮੇਸ਼ਰ ਦਾ ਨਾਮ। ਇਹ ਤਾਂ ਇੱਕੋ ਹੀ ਹੈ ਨਾ ਕਿ ਅਕਾਲ ਪੁਰਖ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ। ਹਿਲ ਮਿਲ ਰਹਿਨੋ ਪਿਆਰ ਧਰ, ਨਿਭ ਹੈ ਇਹੋ ਤਮਾਮ। ਇਉਂ ਭਾਈ ਸਾਰੇ ਮਿਲ ਗਿਲ ਕੇ ਪਿਆਰ ਧਾਰ ਕੇ ਰਹਿਣਾ, ਤੇ ਇਹੀ ਸਾਰੇ ਨਿਭਦਾ ਹੈ। ਮੁਖ ਤਨਖਾਹ ਹੈ ਚਾਰ, ਜੋ ਰਹਿ ਦੰਡ ਇਨ ਕੇਰ। ਫਿਰ ਮੁੱਖ ਤਨਖਾਹਾਂ ਨੇ, ਕੁਰੈਤਾਂ ਨੇ ਵੱਡੀਆਂ ਚਾਰ। ਉਹ ਚਾਰ ਕੁਰੈਤਾਂ ਦਾ ਜਿਹੜਾ ਦੰਡ ਹੈ ਉਹ ਵੀ ਸਾਰਿਆਂ ਨੂੰ ਰਹੇ। ਔਰ ਗੌਣ ਰਾਖੋ ਸਹੀ, ਤਬ ਰਹਿ ਮੇਲ ਬਧੇਰ। ਕਿ ਇਹ ਨਹੀਂ ਹੁੰਦਾ ਫਲਾਣੇ ਨੇ ਐਂ ਕੀਤਾ
ਇਹਦੇ ਨਾਲ ਨਹੀਂ ਆਪਣੀ ਸਾਂਝ ਨਹੀਂ। ਮੁੱਖ ਜਿਹੜੀਆਂ ਕੁਰੇਤਾਂ ਗਿਆਨੀ ਜੀ ਕਹਿੰਦੇ ਉਹ ਚਾਰ ਹੈ। ਅਗਰ ਉਹ ਚਾਰਾਂ ਚੋਂ ਕੋਈ ਕੁਰਹਿਤ ਕਰਦਾ ਉਹਦੇ ਨਾਲ ਮੇਲ ਜੋਲ ਨਹੀਂ ਰੱਖਣਾ, ਉਹ ਦੰਡ ਦਾ ਅਧਿਕਾਰੀ ਹੈ। ਬਾਕੀ ਜਿਹੜੀਆਂ ਕੁਰੇਤਾਂ ਨੇ ਉਹ ਗੌਣ ਕੁਰੇਤਾਂ ਹੁੰਦੀਆਂ। ਉਹ ਕਹਿੰਦੇ ਉਹਨਾਂ ਨੂੰ ਸਧਾਰਨ ਗੱਲਾਂ ਸਮਝ ਕੇ ਰੱਖੋ, ਫੇਰ ਹੀ ਭਾਈ ਬਹੁਤਾ ਮੇਲ ਜੋਲ ਰਹਿ ਸਕਦਾ ਹੈ। ਇਨ ਬਾਤੋਂ ਬਿਨ ਔਰ ਨਹਿ ਕੇਹੂੰ ਰਹਿ ਇਤਫਾਕ। ਇਹਨਾਂ ਗੱਲਾਂ ਤੋਂ ਬਿਨਾ ਹੋਰ ਕਿਸੇ ਤਰ੍ਹਾਂ ਵੀ ਏਕਾ ਇਤਫਾਕ ਨਹੀਂ ਹੋ ਸਕਦਾ। ਜੇ ਭਾਵੈ ਤੋ ਮਾਨ ਲਿਹੋ ਪੰਥ ਅਰਜ ਮਮ ਪਾਕ। ਜੇ ਭਾਈ ਇਹ ਭਾ ਜਾਵੇ ਪੰਥ ਨੂੰ ਮੇਰੀ ਬੇਨਤੀ, ਤਾਂ ਇਹ ਮੇਰੀਆਂ ਪਵਿੱਤਰ ਬੇਨਤੀਆਂ ਪੰਥ ਨੂੰ ਭਾਉਣ ਤਾਂ ਇਹ ਮੰਨ ਲੈਣ। ਨਹਿ ਮਾਨੋ ਤੋ ਭੀ ਭਲੋ ਮਾਨੋ ਥਾਏ ਆਨੰਦ। ਜੇ ਭਾਈ ਪੰਥ ਨਾ ਵੀ ਮੰਨੇ ਕਹਿੰਦੇ ਤਾਂ ਵੀ ਕੋਈ ਗੱਲ ਨਹੀਂ, ਮੈਂ ਤਾਂ ਮੇਰਾ ਫਰਜ਼ ਸੀ ਬੇਨਤੀ ਕਰਨੀ, ਤੇ ਨਹੀਂ ਵੀ ਕੋਈ ਮੰਨੂ ਤਾਂ ਵੀ ਭਲਾਈ ਹੈ। ਮਾਨੋ ਥਾਏ ਆਪਣੀ ਜਗ੍ਹਾ ਸਾਰੇ ਆਨੰਦ ਮਾਣੋ। ਅਰਜ ਮੁਨਾਸਬ ਮੈਂ ਕਹੀ ਮੇਟਣ ਕੇ ਹਿਤ ਦੁੰਦ। ਮੈਂ ਤਾਂ ਭਾਈ ਮੁਨਾਸਬ ਵੇ ਜੋਗ ਬੇਨਤੀਆਂ ਕਹੀਆਂ ਨੇ, ਸਿਰਫ ਤੇ ਸਿਰਫ ਝਗੜਾ ਫੁੱਟ ਦੂਰ ਹੋ ਜੇ, ਮਿਟ ਜਾਵੇ ਇਸ ਕਰਕੇ। ਅਰਜ ਕਰੀ ਮੈਂ ਫਰਜ ਲਖ ਗਰਜ ਇਹ ਦਿੜ ਧਾਰ। ਇਹ ਮੈਂ ਆਪਣਾ ਫਰਜ਼ ਜਾਣ ਕੇ ਬੇਨਤੀ ਕੀਤੀ ਹੈ। ਗਰਜ ਕਹਿੰਦੇ ਆਉਂ ਭਾਈ ਫਰਜ਼ ਕਰ ਜਾਣ ਕੇ, ਗਰਜ ਕੇ ਗਰਜਵਾਨ ਹੋ ਕੇ ਲੋੜਵੰਦ ਹੋ ਕੇ ਬੇਨਤੀ ਕੀਤੀ ਹੈ, ਮਨ ਵਿੱਚ ਪੱਕਾ ਧਾਰ ਕੇ। ਜੋ ਮਾਨੈ ਗੋ ਖਾਲਸਾ ਥੈ ਹੈ ਸੁਖ ਅਪਾਰ। ਜੇ ਭਾਈ ਪੰਥ ਖਾਲਸਾ ਮੰਨ ਲਊਗਾ ਤਾਂ ਬਹੁਤੇ ਸੁੱਖ ਹੀ ਹੋਣਗੇ। ਨਹੀਂ ਤਾਂ ਮਾਲਕ ਸਭੀ ਕੋ ਪਾਲਕ ਚਾਲਕ ਆਹੀ। ਨਹੀਂ ਤਾਂ ਕਹਿੰਦੇ ਵੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਮਹਾਰਾਜ ਸਭ ਦੇ ਪਾਲਣਾ ਕਰਨ ਵਾਲੇ, ਸਭ ਨੂੰ ਚਲਾਉਣ ਵਾਲੇ ਤੁਸੀਂ ਆਪ ਹੀ ਮਾਲਕ ਹੋ। ਮੋਰ ਪੰਖ ਜਿਉ ਜਾਏ ਜਹ ਰਾਵਰ ਕੇ ਸਦ ਵਾਹੀ। ਜਿਵੇਂ ਮੋਰ ਦੇ ਪੰਖ ਹੈ, ਖੰਭ ਹੈ, ਉਹ ਜਿੱਥੇ ਵੀ ਜਾਂਦੇ ਹੈ ਉੱਥੇ ਮੋਰ ਦੇ ਖੰਭ ਹੀ ਖਵਾਉਂਦੇ ਹੈ। ਰਾਵਰ ਕੇ ਸਦਵਾ, ਇਸੇ ਤਰ੍ਹਾਂ ਕਿ ਭਾਈ ਜਿੱਥੇ ਵੀ ਕੋਈ ਨਿਰਮਲ ਹੈ, ਕੋਈ ਨਿਹੰਗ ਹੈ, ਕੋਈ ਕੂਕਾ ਹੈ, ਕੋਈ ਜਿੱਥੇ ਵੀ ਜਾਣਗੇ ਇਹ ਕਲਗੀਧਰ ਪਾਤਸ਼ਾਹ ਖਵਾਉਣਗੇ ਤਾਂ ਤੇਰੇ ਸਿੱਖੀ। ਜੇ ਕੋਈ ਪੁੱਛੋ ਤੁਸੀਂ ਕੌਣ ਹੋ, ਇਹੀ ਕਹਿਣਗੇ ਅਸੀਂ 10ਵੇਂ ਪਾਤਸ਼ਾਹ ਦੇ ਸਿੱਖ ਹੈ। ਯਾ ਮੈਂ ਭਾਵ ਅਕਾਵ ਹੈ ਲਖੈ ਚਤੁਰ ਕਰ ਗੌਰ। ਹੁਣ ਇਹਦੇ ਵਿੱਚ ਗਿਆਨੀ ਜੀ ਕਹਿੰਦੇ ਭਾਈ ਇਹ ਸਾਰੇ ਮੇਲ ਮਿਲਾਪ ਦੇ ਹੀ ਭਾਵ ਕਹੇ ਹੈ, ਔਰ ਇਸ ਗੱਲ ਨੂੰ ਸਾਰੇ ਚਤਰ ਖਿਆਲ ਕਰਕੇ ਸਿਆਣੇ ਲੋਕ ਜਾਣਨਗੇ। ਮਨ ਮੁਕਤਾ ਅਤਮਾਨ ਲਹੈ ਬਿਨ ਇਨ ਖਾਰ ਲੰਡੌਰ। ਮਨ ਮੁਕਤਾ ਆਤਮਾਨ ਲਹੈ, ਜਿਵੇਂ ਮੋਤੀਆਂ ਨਾਲ ਜੜੀ ਹੋਈ ਮਾਣੀ ਗਹਿਣਾ ਉਹ ਬਹੁਤ ਮਾਣ ਪ੍ਰਾਪਤ ਕਰਦਾ ਹੈ ਲੋਕਾਂ ਵਿੱਚ। ਤੇ ਇਹ ਵੀ ਜਾਣੋ ਵੀ ਇਹਨਾਂ ਮੋਤੀਆਂ ਤੋਂ ਬਿਨਾ ਇਹ ਸਵਾਹ ਵਰਗਾ ਹੈ। ਲੰਡੌਰ ਕਹਿੰਦੇ ਨੇ ਬੇਇੱਜ਼ਤ ਹੁੰਦਾ ਹੈ। ਇਸੇ ਤਰ੍ਹਾਂ ਏਕਤਾ ਇਤਿਆਦਿਕ ਜਿਹੜੀਆਂ ਮੋਤੀਆਂ ਜੜਤ ਪੰਥ ਰੂਪੀ ਗਹਿਣਾ ਹੈ ਨਾ, ਜੇ ਤਾਂ ਏਕਤਾ ਰਹੂਗੀ ਫਿਰ ਤਾਂ ਬਹੁਤ ਮਾਣ ਪ੍ਰਾਪਤ ਕਰੂ। ਅਗਰ ਏਕਤਾ ਇਤਿਆਦਿਕ ਮੋਤੀਆਂ ਤੋਂ ਬਿਨਾ ਫਿਰ ਬੇਇੱਜ਼ਤ ਹੋਵੇਗਾ ਭਾਈ। ਇਸ ਕਰਕੇ ਏਕਤਾ ਚੰਗੀ ਹੈ। ਪੰਥ ਖਾਲਸੇ ਕੀ ਕਥਾ ਅਰ ਬਹੁ ਭੇਖਨ ਕੇਰ। ਹੁਣ ਦੱਸਦੇ ਨੇ ਭਾਈ ਅਸੀਂ ਇਹ ਪੰਥ ਖਾਲਸੇ ਦੀ ਕਥਾ ਤੇ ਹੋਰ ਜਿਹੜੇ ਬਾਕੀ ਭੇਖ ਹਨ, ਸੁਣੀ ਪਿਖੀ ਜਿਮ ਤਿਮ ਲਿਖੀ ਰਿਸਿਓ ਨਾ ਅਨੁਚਿਤ ਹੇਰ। ਜਿਹੋ ਜੀ ਅਸੀਂ ਕਹਿੰਦੇ ਸੁਣੀ ਸੀ ਜਾਂ ਵੇਖੀ ਹੈ, ਅਸੀਂ ਭਾਈ ਉਵੇਂ ਲਿਖਤੀ। ਰਿਸਿਓ ਨਾ ਅਨੁਚਿਤ ਹੇਰ, ਕੋਈ ਅਜੋਗ ਦੇਖ ਕੇ ਗੁੱਸੇ ਨਾ ਹੋ ਜਿਓ।
ਇੱਥੇ ਐਂ ਕੋ ਵੀ ਮੈਨੂੰ ਜਿਵੇਂ ਮੈਂ ਸੁਣਿਆ ਸੀ ਜਾਂ ਮੈਂ ਵੇਖਿਆ ਮੈਂ ਲਿਖਤਾ, ਹੋ ਸਕਦਾ ਕਿਤੇ ਮੈਂ ਗਲਤ ਹੋਵਾਂ, ਪਰ ਤੁਸੀਂ ਅਜੋਗ ਦੇਖ ਕੇ ਗੁੱਸੇ ਨਾ ਹੋਇਓ। ਸਾਧ ਸੰਗਤ ਗੁਰ ਖਾਲਸਾ, ਸਭ ਮਮ ਇਸ਼ਟ ਉਦਾਰ। ਗੁਰੂ ਕੀ ਸਾਧ ਸੰਗਤ, ਗੁਰੂ ਕਾ ਖਾਲਸਾ, ਸਾਰੇ ਮੇਰੇ ਤਾਂ ਭਾਈ ਮਹਾਨ ਇਸ਼ਟ ਰੂਪ ਹਨ। ਭੂਲ ਚੂਕ ਸੁਧ ਕੀਜੀਓ, ਲੱਖ ਕਬ ਕੋ ਨਿਜ ਬਾਰ। ਮੇਰੀ ਭੁੱਲ ਚੁੱਕ ਨੂੰ ਤੁਸੀਂ ਸ਼ੁੱਧ ਕਰ ਲਿਓ। ਮੈਨੂੰ ਕਵੀ ਨੂੰ ਆਪਣਾ ਬਾਲਕ ਜਾਣ ਕੇ ਬੇਰ ਕੰਜ ਤੰਦਲ ਗਹੇ, ਸਵਰੀ ਗਜ ਦਿਜ ਕੇਰ। ਕਹਿੰਦੇ ਭਾਈ ਵੇਖੋ, ਬਿਰਦ ਹੁੰਦਾ ਹੈ ਪੰਥ ਖਾਲਸੇ ਦਾ, ਬੇਰ ਕੰਜ ਤੰਦਲ ਗਹੇ, ਜਿਵੇਂ ਸਵਰੀ ਗਜ ਦਿਜ ਕੇਰ, ਜਿਵੇਂ ਸਵਰੀ ਸੀ ਭੀਲਣੀ, ਭਗਵਾਨ ਰਾਮ ਨੇ ਉਹਦੇ ਬੇਰ ਗ੍ਰਹਿਣ ਕਰ ਲਏ, ਉਹਦੇ ਪ੍ਰੇਮ ਨੂੰ ਵੇਖ ਕੇ ਝੂਠੇ ਬੇਰ ਛਕ ਲਏ। ਫਿਰ ਅੱਗੇ ਆ ਗਿਆ ਬੇਰ ਕੰਜ ਤੰਦਲ, ਤਿੰਨ ਚੀਜ਼ਾਂ ਲਿਖੀਆਂ, ਥੱਲੇ ਲਿਖਤਾ ਸਵਰੀ ਗਜ ਦਿਜ। ਵੀ ਜਿਵੇਂ ਗਿਆਨੀ ਜੀ ਕਹਿੰਦੇ ਦੂਜੀ ਉਦਾਹਰਨ ਹੈ ਹਾਥੀ। ਜਦੋਂ ਤੰਦੂਏ ਨੇ ਫੜ ਲਿਆ ਤੇ ਉਹਨੂੰ ਪਾਣੀ 'ਚ ਨੂੰ ਖਿੱਚਣ ਲੱਗਿਆ ਤੰਦੂਆ, ਤੇ ਹਾਥੀ ਨੇ ਪਰਮੇਸ਼ਰ ਅੱਗੇ ਪੁਕਾਰ ਕਰਨੀ ਤੇ ਕੁਦਰਤੀ ਭੇਟਾ ਕੀ ਦੇਈ। ਉਹਦੇ ਵਿੱਚ ਕਮਲ ਦਾ ਫੁੱਲ ਸੀ, ਸੁੰਡ ਨਾ ਤੋੜ ਕੇ ਉਹੀ ਵਾਹਿਗੁਰੂ ਨੂੰ ਭੇਟ ਕਰਤਾ, ਉੱਪਰ ਨੂੰ ਕਰਤਾ, ਤੇ ਪਰਮੇਸ਼ਰ ਨੇ ਉਹ ਹਾਥੀ ਦਾ ਕਮਲ ਜਿਹੜਾ ਸੀ ਉਹ ਗ੍ਰਹਿਣ ਕਰ ਲਿਆ। ਤੀਜੀ ਗੱਲ ਆ ਗਈ ਤੰਦਲ। ਉਹ ਕਹਿੰਦੇ ਜਿਵੇਂ ਭਾਈ ਦਿਜ ਦੇ ਸੁਦਾਮਾ ਬ੍ਰਾਹਮਣ ਹੈ ਤੇ ਛੱਟ ਚੌਲਾਂ ਦੀ ਤੰਦਲ ਭਗਵਾਨ ਕ੍ਰਿਸ਼ਨ ਜੀ ਨੇ ਉਹੀ ਗ੍ਰਹਿਣ ਕਰ ਲਏ। ਤਿਉ ਮਮ ਭੇਟਾ ਗ੍ਰੰਥ ਇਹੋ, ਗਹੋ ਬਿਰਦ ਨਿਜ ਹੇਰ। ਇਸੇ ਤਰ੍ਹਾਂ ਪੰਥ ਖਾਲਸਾ ਜੀ, ਤੁਹਾਡਾ ਵੀ ਜਿਹੜਾ ਬਿਰਦ ਹੈ ਅਵਤਾਰਾਂ ਵਰਗਾ ਹੈ ਨਾ, ਪਰਮੇਸ਼ਰ ਵਰਗਾ ਹੈ। ਇਹ ਜਿਹੜਾ ਮੈਂ ਗ੍ਰੰਥ ਲਿਖਿਆ ਹੈ, ਮੇਰੀ ਇਹ ਭੇਟਾ ਹੈ ਤੁਹਾਨੂੰ, ਤੇ ਇਹਨੂੰ ਆਪਣਾ ਬਿਰਦ ਸੁਭਾਅ ਜਾਣ ਕਰਕੇ ਗ੍ਰਹਿਣ ਕਰੋ। ਨਾਮ ਦਾਨ ਨਿਜ ਗਿਆਨ ਦ੍ਰਿੜ, ਤਨ ਅਰੋਗ ਮਨ ਚੈਨ। ਤੇ ਮੇਰੇ ਤੇ ਕਿਰਪਾ ਕਰਿਓ ਕਿ ਮੈਨੂੰ ਨਾਮ ਦੀ ਦਾਤ ਮਿਲੇ, ਨਾਮਦਾਨ, ਨਿਜ ਗਿਆਨ, ਆਪਣੇ ਸਵੈ ਸਰੂਪ ਦਾ ਪ੍ਰਪੱਕ ਗਿਆਨ, ਨਿਸ਼ਚੇ ਸਹਿਤ ਗਿਆਨ ਪ੍ਰਾਪਤ ਹੋ ਜੇ। ਤਨ ਅਰੋਗ ਮਨ ਚੈਨ, ਤੇ ਸਰੀਰ ਮੇਰਾ ਅਰੋਗ ਰਹੇ ਤੇ ਮਨ ਨੂੰ ਸ਼ਾਂਤੀ ਰਹੇ। ਇਹੋ ਪ੍ਰਸਾਦ ਦੇਹੋ ਕਿਰਪਾ ਕਰ, ਗਿਆਨ ਸਿੰਘ ਕੇ ਐਨ। ਖਾਲਸਾ ਜੀ, ਇਹ ਮੇਰੇ ਤੇ ਕਿਰਪਾ ਕਰਕੇ ਮੈਨੂੰ ਇਹ ਪ੍ਰਸਾਦ ਬਖਸ਼ਿਸ਼ ਕਰ ਦਿਓ। ਗਿਆਨ ਸਿੰਘ ਦੇ ਹਿਰਦੇ ਰੂਪੀ ਘਰ ਵਿੱਚ ਛੀਰ ਸਿੰਧ ਸੀ ਪੰਥ ਕੀ, ਕਥ ਸਭ ਕਥਾ ਉਦਾਰ। ਇਹ ਭਾਈ ਜਿਹੜੀ ਪੰਥ ਦੀ ਕਥਾ ਹੈ ਦੁੱਧ ਦੇ ਸਮੁੰਦਰ ਵਰਗੀ ਹੈ। ਗਿਆਨੀ ਜੀ ਕਹਿੰਦੇ ਭਾਈ, ਇਹ ਮੈਂ ਜਿੰਨੀ ਸਮਝ ਸੋਝੀ ਸੁਣੀ ਵੇਖਿਆ ਜੋ, ਉਹ ਸਾਰੀ ਕਥਾ ਮਹਾਨ ਇਹ ਕਥਨ ਕੀਤੀ ਹੈ। ਤਨਕ ਭਨਕ ਹਉ ਝਾਗ ਸੀ, ਨਿਜ ਤਨ ਕੀ ਆਬਸਾਰ। ਹੁਣ ਤੱਕ ਜਿਹੜੀ ਕਥਾ ਕੀ ਕਹੀ ਹੈ ਉਹ ਗਿਆਨੀ ਜੀ ਕਹਿੰਦੇ ਉਹਨੂੰ ਜਾਣੋ ਵੀ ਦੁੱਧ ਦੇ ਸਮੁੰਦਰ ਵਰਗੀ ਹੈ। ਤੇ ਕਈ ਵਾਰ ਹੁਣ ਆਪਾਂ ਦੇਖਦੇ ਹਾਂ ਵੀ ਦੁੱਧ ਦੇ ਉੱਤੇ ਝੱਗ ਵੀ ਆ ਜਾਂਦੀ ਹੈ ਨਾ। ਗਿਆਨੀ ਜੀ ਕਹਿੰਦੇ ਤਨਕ ਭਨਕ ਹਉ ਝਾਗ ਸੀ। ਹੁਣ ਜਿਹੜੀ ਉੱਤੇ ਝੱਗ ਹੁੰਦੀ ਹੈ ਉਹ ਹੁੰਦੀ ਤਾਂ ਥੋੜੀ ਹੋਈ ਹੈ ਨਾ, ਉਹ ਝੱਗ ਵਾਂਗੂ ਹੁਣ ਕਹਿੰਦੇ ਥੋੜੀ ਜੀ ਜਿਹੜੀ ਭਾਈ ਕਥਾ ਹੈ ਨਿਜ ਤਨ ਕੀ ਅਬਸਾਰ। ਹੁਣ ਮੈਂ ਆਪਣੇ ਸਰੀਰ ਦੀ ਵੀ ਥੋੜੀ ਜਿਹੀ ਸ੍ਰੇਸ਼ਟ ਕਥਾ ਇਹ ਜਾਣੂ ਕਿ ਝੱਗ ਵਾਂਗੂ ਥੋੜਾ ਜਿਹਾ ਆਪਣੇ ਬਾਰੇ ਵੀ ਦੱਸਦਾ ਹਾਂ। ਕਵਿ ਵਰਤਾਂਤ, ਹੁਣ ਭਾਈ ਜੋ ਕਵੀ ਦਾ ਵਰਤਾਂਤ ਹੈ, ਕੋਈ ਕੱਲ ਨੂੰ ਇਹ ਪੁੱਛੇ ਇਹ ਕਿਉਂ ਲਿਖਦੇ ਸੀ ਵਿਦਵਾਨ ਪੁਰਾਣੇ ਨਾਲ, ਵੀ ਇੰਨੀ ਕਥਾ ਇੰਨਾ ਟਾਈਮ ਚੱਲੀ, ਇਹ ਕੌਣ ਸੀ ਜਿਹਨੇ ਇੰਨਾ ਕੁਝ ਲਿਖਿਆ ਭਾਈ, ਇਹਨੂੰ ਕਿਵੇਂ ਪਤਾ ਲੱਗ ਗਿਆ ਇੰਨੇ ਇਤਿਹਾਸ ਦਾ ਕੋਈ ਇਹ ਨਾ। ਤਾਂ ਹੁਣ ਗਿਆਨੀ ਜੀ ਦੱਸਣਗੇ ਆਪਣੇ ਬਾਰੇ ਕਵੀ ਦਾ ਵਰਤਾਂਤ ਕੀ ਹੈ। ਚੌਪਈ
ਮੈਂ ਅਬ ਆਪਣੀ ਕਥਾ ਸੁਣੈ ਹੋ। ਹੁਣ ਭਾਈ ਮੈਂ ਆਪਣੇ ਬਾਰੇ ਕੁਝ ਆਪਣੀ ਕਥਾ ਤੁਹਾਨੂੰ ਦੱਸਦਾ ਹਾਂ। ਗ੍ਰੰਥ ਸਮਾਪਤ ਕਰ ਦਿਖ ਰਹਿ ਹੋ। ਤੇ ਇਹਦੇ ਨਾਲ ਹੀ ਗ੍ਰੰਥ ਦੀ ਸਮਾਪਤੀ ਦੇ ਉੱਤੇ ਮੈਂ ਤੁਹਾਨੂੰ ਇਹ ਕਰਕੇ ਲਿਖ ਕੇ ਦਿਖਾ ਰਿਹਾ ਹਾਂ। ਮਹਾਰਾਜ ਜੋ ਰਾਏ ਪਥੌਰਾ, ਕਹਿੰਦੇ ਇੱਕ ਮਹਾਰਾਜਾ ਪਥੌਰਾ ਰਾਏ ਹੋਇਆ। ਪ੍ਰਿਥੀ ਰਾਜ ਭਇਓ ਚੌਹਾਨ ਛਤਰੀ ਗੌਰਾ, ਜਿਹੜਾ ਕਿ ਪ੍ਰਿਥੀ ਰਾਜ ਚੌਹਾਨ ਬੜਾ ਚੰਗਾ ਭਾਰੀ ਵੱਡਾ ਸੂਰਮਾ ਹੋਇਆ ਹੈ। ਚੌਹਾਨ ਗੋਤ ਸੀ। ਪ੍ਰਿਥੀ ਰਾਜ ਇਹਦਾ ਨਾਂ ਸੀ। ਇਹਨੂੰ ਰਾਏ ਪਥੌਰਾ ਵੀ ਕਿਹਾ ਜਾਂਦਾ ਹੈ। ਸਗਰੀ ਹਿੰਦੂ ਘੇਰ ਪਤਸ਼ਾਹੀ, ਸਾਰੀ ਹਿੰਦੂਆਂ ਦੀ ਜਿਹੜੀ ਵੱਡੀ ਬਾਦਸ਼ਾਹੀ ਸੀ। ਕੀਨੀ ਇਨ ਮੁਦ ਭੀਨੀ ਆਹੀ, ਇਸ ਭਾਈ ਰਾਏ ਪਥੌਰਾ ਪ੍ਰਿਥੀ ਰਾਜ ਚੌਹਾਨ ਨੇ ਕੀਤੀ, ਜੋ ਬੜੇ ਆਨੰਦ ਵਿੱਚ ਭਿੱਜੀ ਹੋਈ। ਕਿੱਲੀ ਜਿਸ ਕੀ ਦਿੱਲੀ ਮਾਂ ਹੈ, ਜਿਹਦੀ ਕਿੱਲੀ ਭਾਵ ਨਿਸ਼ਾਨੀ ਪ੍ਰਿਥੀ ਰਾਜ ਚੌਹਾਨ ਦੀ ਦਿੱਲੀ ਵਿੱਚ ਹੈ। ਜੋਗ ਮਾਇਆ ਕੇ ਮੰਦਰ ਪਾਹੈ, ਉੱਥੇ ਜੋਗ ਮਾਇਆ ਦਾ ਮੰਦਰ ਹੈ। ਦਿੱਲੀ ਉਹਦੇ ਕੋਲੇ ਹੈ। ਗੌਰੀ ਸ਼ਾਹ ਸ਼ਹਾਬੁਲ ਦੀਨੋ, ਤੇ ਫਿਰ ਇੱਕ ਮੁਸਲਮਾਨਾਂ ਦੀ ਗੌਰੀ ਵੰਸ਼ ਦਾ ਬਾਦਸ਼ਾਹ ਸੀ ਗੌਰੀ ਸ਼ਾਹ। ਸ਼ਹਾਬੁਲ ਦੀਨੋ ਦਾ ਨਾਮ ਸੀ। ਦਿੱਲੀ ਤਖਤ ਤਾਹੇ ਤੈ ਛੀਨੋ, ਦਿੱਲੀ ਦਾ ਤਖਤ ਉਸ ਤੋਂ ਫਿਰਿਓ ਇਹਨੇ ਖੋਹ ਲਿਆ ਸੀ। ਰਾਏ ਵੀਰ ਤਾਂ ਕਾ ਲਗ ਭਾਈ, ਤਾਂ ਫਿਰ ਪ੍ਰਿਥੀ ਰਾਜ ਦਾ ਇੱਕ ਛੋਟਾ ਭਰਾ ਸੀ ਰਾਏ ਵੀਰ। ਰਹਿਤ ਆਗਰੇ ਮਾਹੇ ਸਦਾਈ, ਜਿਹੜਾ ਹਮੇਸ਼ਾ ਗਿਆਨੀ ਜੀ ਕਹਿੰਦੇ ਭਾਈ ਆਗਰੇ ਦੇ ਵਿੱਚ ਰਹਿੰਦਾ ਸੀ। ਮੁਲਕ ਜਗੀਰ ਹੁਤੋ ਸੋ ਤਾਪੈ, ਉਹ ਜਿਹੜਾ ਮੁਲਕ ਸੀ ਆਗਰਾ ਉਹਦੇ ਕੋਲੇ ਜਗੀਰ ਸੀ ਉਹ ਸਾਰੀ। ਕਰਤ ਅਦਾਲਤ ਐਸੀ ਵਾਪੈ, ਤੇ ਉੱਥੇ ਫਿਰ ਇਸ ਤਰ੍ਹਾਂ ਦੀ ਉਹ ਆਪਣੀ ਅਦਾਲਤ ਲਾਉਂਦਾ ਸੀ। ਆਵਤ ਜੋ ਮੁਕੱਦਮੇ ਬਾਰੇ, ਜਿਹੜਾ ਕੋਈ ਉਹ ਮੁਕੱਦਮੇ ਵਾਲਾ ਆਉਂਦਾ ਸੀ। ਲੂਟ ਲੇਤ ਦੋਹੇ ਕੋ ਬਿਨ ਬਾਰੇ, ਉਹ ਦੋਨਾਂ ਨੂੰ ਹੀ ਬਿਨਾਂ ਦੇਰੀ ਤੋਂ ਲੁੱਟ ਲੈਂਦਾ ਸੀ। ਥਾ ਮਤਲਬ ਉਸ ਕਾ ਦ੍ਰਿੜ ਇਹੀ, ਇਹਦਾ ਉਹਦਾ ਮਤਲਬ ਪੱਕਾ ਦ੍ਰਿੜ ਇਹੀ ਸੀ। ਨਾਹੇ ਉਠੈ ਝਗੜਾ ਕਿਤ ਕੇਹੀ, ਕਿ ਕਿਤੇ ਵੀ ਕੋਈ ਮੇਰੇ ਰਾਜ ਵਿੱਚ ਕੋਈ ਝਗੜਾ ਨਾ ਉੱਠੇ। ਇੱਕ ਦਿਨ ਰਾਏ ਪਥੌਰੇ ਪਾਸੈ, ਇੱਕ ਦਿਨ ਰਾਏ ਪਥੌਰੇ ਦੇ ਕੋਲ ਆਇਓ ਕਚਹਿਰੀ ਮੈਂ ਜਬ ਖਾਸੈ, ਜਦੋਂ ਉਹ ਆਪ ਕਚਹਿਰੀ ਦੇ ਵਿੱਚ ਆਇਆ। ਮਹਾਰਾਜ ਹੱਸ ਐਸ ਉਚਾਰਾ, ਤਾਂ ਮਹਾਰਾਜ ਰਾਏ ਪਥੌਰੇ ਪ੍ਰਿਥੀ ਰਾਜ ਚੌਹਾਨ ਨੇ ਉਹਨੂੰ ਹੱਸ ਕੇ ਇਸ ਤਰ੍ਹਾਂ ਕਿਹਾ, ਆਇਓ ਦੋਹੇ ਲੁੱਟ ਵੀਰ ਹਮਾਰਾ, ਕਹਿੰਦੇ ਵੀ ਆ ਗਿਆ ਦੋਹਾਂ ਨੂੰ ਲੁੱਟਣ ਵਾਲਾ ਮੇਰਾ ਭਰਾ। ਦੋਹੇ ਲੁੱਟ, ਇਹ ਹੁਣ ਗਿਆਨੀ ਜੀ ਦਾ ਗੋਤ ਸੀ ਦੁੱਲਟ। ਜਿਹੜਾ ਦੁੱਲਟ ਗੋਤ ਹੈ ਇਹ ਪ੍ਰਿਥੀ ਰਾਜ ਦਾ ਜਿਹੜਾ ਭਰਾ ਸੀ ਰਾਏ ਵੀਰ, ਉਹ ਕੀ ਕਰਦਾ, ਜਿਵੇਂ ਦੋ ਜਣਿਆਂ ਦਾ ਮੁਕੱਦਮਾ ਚਲਿਆ ਗਿਆ, ਉਹ ਦੋਨਾਂ ਦਾ ਹੀ ਜ਼ਬਤ ਕਰ ਲੈਂਦਾ ਹੁੰਦਾ ਇਹ ਸਮਾਨ। ਵੀ ਚੰਗਾ ਇਉਂ ਕਰੋ, ਤੁਸੀਂ ਕੰਮ ਕਰੋ, ਤੁਹਾਡਾ ਦੋਹਾਂ ਦਾ ਹੀ ਮੇਰੇ ਕੋਲੇ ਜ਼ਬਤ, ਤਾਂ ਕਿ ਮੁੜ ਕੇ ਝਗੜਾ ਹੀ ਨਾ ਰਹੇ। ਇਸ ਤਰ੍ਹਾਂ ਦੀ ਉਹਦੀ ਬਿਰਤੀ ਸੀ। ਤੇ ਉਹਨੂੰ ਜਦੋਂ ਕਿਤੇ ਉਹ ਰਾਏ ਵੀਰ ਆਪਣੇ ਭਰਾ ਪ੍ਰਿਥੀ ਰਾਏ ਦੇ ਦਰਬਾਰ ਚ ਗਿਆ, ਉਹ ਕਹਿੰਦਾ ਵੀ ਆਓ ਦੋਏ ਲੁੱਟ ਭਰਾ ਮੇਰੇ ਛੋਟੇ ਭਰਾ ਦੋਏ ਲੁੱਟ, ਦੋਹਾਂ ਨੂੰ ਲੁੱਟਣ ਵਾਲਿਆ। ਇੱਥੋਂ ਹੀ ਫਿਰ ਤਾਬਤ ਦੋਹੇ ਲੁੱਟ ਤਾਂ ਕਾ ਨਾਮ,
ਉਸ ਸਮੇਂ ਤੋਂ ਇਹ ਰਾਏ ਵੀਰ ਦਾ ਨਾਂ ਦੋਹੇ ਲੁੱਟ ਜ਼ਿਆਦਾ ਪ੍ਰਚਲਿਤ ਹੋ ਗਿਆ। ਭਾਵ ਉਹਨੂੰ ਦੋਹੇ ਲੁੱਟ ਕਹਿਣ ਲੱਗ ਪਏ। ਵਿਦਿਤਿਓ ਲੋਗਨ ਮਾਹਿਤ ਮਾਮੂ। ਇਹ ਗੱਲ ਭਾਈ ਦੋਹੇ ਲੁੱਟ ਸ਼ਬਦ ਉਹਦਾ ਨਾਂ ਸਾਰੇ ਲੋਕਾਂ ਵਿੱਚ ਹੀ ਪ੍ਰਗਟ ਹੋ ਗਿਆ। ਦੋਹੇ ਲੁੱਟ ਤੈ ਦੁੱਲਟ ਫਿਰ ਰਹਿਓ। ਇਉਂ ਦੋਹੇ ਲੁੱਟ ਤੋਂ ਸ਼ਬਦ ਬਣ ਗਿਆ ਦੁੱਲਟ। ਫਿਰ ਇਹ ਸ਼ਬਦ ਦੁੱਲਟ ਜਿਹੜਾ ਹੈ ਉਹ ਪ੍ਰਚਲਿਤ ਹੋਇਆ। ਲੋਗਨ ਕੀ ਜ਼ੁਬਾਨ ਪਰ ਬਹਿਓ। ਇਹ ਦੁੱਲਟ ਸ਼ਬਦ ਲੋਕਾਂ ਦੀ ਜ਼ੁਬਾਨ ਤੇ ਚੜ ਗਿਆ। ਰਾਏ ਪਥੌਰਾ ਕੇ ਕੁਲ ਭੱਟ ਨੇ। ਰਾਏ ਪਥੌਰਾ ਜਿਹੜਾ ਰਾਜਾ ਸੀ ਉਹਦੀ ਕੁਲ ਦਾ ਜਿਹੜਾ ਭੱਟ ਸੀ, ਭੱਟ ਬ੍ਰਾਹਮਣ, ਇੱਕ ਨੇ ਤੋ ਇਮ ਕੀਨੋ ਰਟਨੇ। ਇੱਕ ਤਾਂ ਕਹਿੰਦੇ ਉਹਨਾਂ ਨੇ ਇਸ ਤਰ੍ਹਾਂ ਕਹਿਣਾ ਸ਼ੁਰੂ ਕੀਤਾ, ਇਸ ਤਰ੍ਹਾਂ ਉਚਾਰਨ ਕੀਤਾ, ਦੋਤੀ ਬ੍ਰਿਧ ਭੱਟ ਭਾਖਿਓ ਜਾ ਹੈ। ਤੇ ਦੂਜਾ ਇੱਕ ਬਿਰਧ ਭੱਟ ਸੀ, ਬ੍ਰਾਹਮਣ ਬਿਰਧ ਸੀਗਾ ਜਿਹੜਾ, ਉਹਨੇ ਇਸ ਤਰ੍ਹਾਂ ਕਹਿਤਾ, ਦੁੱਲਟ ਰਾਏ ਨਾਮ ਥਾਵਾ ਹੈ। ਕਿ ਉਹਦਾ ਜਿਹੜਾ ਨਾਂ ਸੀ ਉਹ ਦੁੱਲਟ ਰਾਏ ਸੀ। ਭਾਵ ਏਕ ਹੀ ਦੋਨੋਂ ਕੇਰੈ। ਪਰ ਦੋਨਾਂ ਦੇ ਕਹਿੰਦੇ ਭਾਵ ਅਰਥ ਤਾਂ ਇੱਕੋ ਹੀ ਹੈ ਵੀ ਉਹ ਛੋਟੇ ਭਰਾ ਦਾ ਨਾਂ ਰਾਏ ਵੀਰ ਤੋਂ ਫਿਰ ਦੁੱਲਟ ਰਾਏ ਪੈ ਗਿਆ ਹੈ। ਤਾਂ ਹੁਣ ਕਹਿੰਦੇ ਭਾਵ ਤਾਂ ਦੋਨਾਂ ਦੇ ਇੱਕੋ ਹੀ ਹਨ। ਧਾਰਿਓ ਹਮ ਦ੍ਰਿੜ ਸਮਝ ਅਛੇ ਰਹਿ। ਅਸੀਂ ਭਾਈ ਇਹੀ ਗੱਲ ਚੰਗੀ ਤਰ੍ਹਾਂ ਸਮਝ ਕੇ ਧਾਰਨ ਕੀਤੀ ਹੈ ਵੀ ਇਸ ਤਰ੍ਹਾਂ ਹੀ ਇਹ ਸਮਝ ਕੇ ਲਿਖੀ ਹੈ। ਰਾਜ ਜਬੈ ਤੁਰਕੋ ਨੈ ਲੀਓ। ਤੇ ਸਮਾਂ ਪਾ ਕੇ ਜਦੋਂ ਫਿਰ ਤੁਰਕਾਂ ਦੇ ਕੋਲ ਰਾਜ ਆ ਗਿਆ, ਰਾਏ ਪਥੌਰਾ ਉਹਨੇ ਗਹੀਓ। ਉਹਨਾਂ ਨੇ ਪ੍ਰਿਥੀ ਰਾਜ ਚੌਹਾਨ ਰਾਏ ਪਥੌਰੇ ਨੂੰ ਤੁਰਕਾਂ ਨੇ ਗ੍ਰਿਫਤਾਰ ਕਰ ਲਿਆ। ਦੁੱਲਟ ਰਾਏ ਦੌਰ ਤਾਵੇ ਆਛੈ। ਤੇ ਰਾਏ ਪਥੌਰੇ ਦਾ ਜਿਹੜਾ ਛੋਟਾ ਭਾਈ ਸੀ ਰਾਏ ਵੀਰ ਜੀ ਦਾ ਨਾਂ ਫਿਰ ਦੁੱਲਟ ਰਾਏ ਮਸ਼ਹੂਰ ਹੋਇਆ। ਉਹ ਫਿਰ ਭਾਈ ਭੱਜ ਕੇ ਚੰਗੀ ਤਰ੍ਹਾਂ ਜੰਗਲ ਦੇਸ਼ ਧਸਿਓ ਸੁਖ ਬਾਛੈ। ਇਹ ਜੰਗਲ ਦੇਸ਼ ਮਾਲਵੇ ਵਿੱਚ ਆ ਵਸਿਆ ਸੁਖ ਚਾਹਨਾ ਕਰਕੇ ਵੀ ਇੱਥੇ ਮੈਨੂੰ ਠੀਕ ਰਹੂੰਗਾ। ਗੁੱਜਰ ਨ੍ਰਿਪ ਹੁਤੋ ਲਗ ਏਕੈ। ਤੇ ਇੱਧਰ ਇੱਕ ਪੁਰਾਣੇ ਸਮੇਂ ਵਿੱਚ ਗੁੱਜਰ ਨਾਂ ਦਾ ਰਾਜਾ ਸੀ ਇੱਕ ਛੋਟਾ ਜਿਹਾ। ਥੀ ਰਾਣੀ ਤਾਂ ਕੀ ਸੁੱਠ ਨੇਕੈ। ਤੇ ਉਹਦੀ ਜਿਹੜੀ ਰਾਣੀ ਸੀ ਉਹ ਬਹੁਤ ਹੀ ਚੰਗੀ ਸੁੰਦਰ ਨੇਕ ਸੀ। ਸੋਇਨਾ ਨਾਮ ਉਦਾਰ ਮਹਾ ਹੈ। ਤੇ ਉਹਦਾ ਨਾਮ ਜਿਹੜਾ ਸੀ ਮਹਾਨ ਭਾਈ, ਬਹੁਤ ਉਹਦਾ ਨਾਮ ਸੀ ਇਹ ਸੋਇਨਾ। ਇਸ ਉਸ ਰਾਜੇ ਦੀ ਰਾਣੀ ਦਾ ਸ਼ਹਿਰ ਸੁਨਾਮ ਬਸਾਇਓ ਜਾ ਹੈ। ਉਹ ਸੋਇਨਾ ਨਾਮ ਤੇ ਹੀ ਉਹਦਾ ਨਾਂ ਤੇ ਹੀ ਸੁਨਾਮ, ਪਹਿਲਾਂ ਇਹਦਾ ਨਾਮ ਸੀ ਸੋਇਨਾਮ। ਸੋਇਨਾਮ ਤੋਂ ਫਿਰ ਗੁਰਮੁਖੋਂ ਸੁਨਾਮ ਬਣ ਗਿਆ। ਇਹ ਸੁਨਾਮ ਸ਼ਹਿਰ ਜੋ ਉਸਨੇ ਬਸਾਇਆ। ਦੁੱਲਟ ਰਾਏ ਤਈ ਤਿਨ ਰਾਖਾ। ਉਸ ਰਾਣੀ ਨੇ ਉਹ ਸਿਆਣੀ ਸੀ ਵੱਡੀ ਉਮਰ ਦੀ, ਤੇ ਉਸਨੇ ਇਸ ਦੁੱਲਟ ਰਾਏ ਨੂੰ ਆਪਣੇ ਕੋਲੇ ਹਿਫਾਜ਼ਤ ਦੇ ਵਿੱਚ ਰੱਖਿਆ। ਸੋ ਭੱਟ ਕੁਲੀਨ ਨੇਕ ਦ੍ਰਿੜ ਲਾਖਾ। ਕਿਸ ਵਾਸਤੇ ਭਰਤੀ ਕੀਤਾ ਕਿ ਸੂਰਮਾ ਹੈ, ਉੱਚੀ ਕੁਲ ਦਾ ਹੈ, ਨੇਕ ਹੈ। ਇਉਂ ਭਾਈ ਇਹ ਦ੍ਰਿੜ ਜਾਣ ਕਰਕੇ ਸੇਵਾ ਮਦਦ ਕਰੀ ਉਦਾਰੀ। ਤੇ ਇਸ ਦੀ ਦੁੱਲਟ ਰਾਏ ਦੀ ਉਹ ਸੋਇਨਾ ਨਾਮ ਦੀ ਰਾਣੀ ਨੇ ਜਿਹਦੇ ਨਾਂ ਤੇ ਸੁਨਾਮ ਸ਼ਹਿਰ ਵਸਿਆ, ਉਹਨੇ ਇਸ ਦੁੱਲਟ ਰਾਏ ਦੀ ਗਿਆਨੀ ਜੀ ਕਹਿੰਦੇ ਬਹੁਤ ਸੇਵਾ ਮਦਦ ਕੀਤੀ। ਦਇਓ ਮੁਕਾਨ ਬਸਨ ਹਿਤਕਾਰੀ। ਤੇ ਇਹਨੂੰ ਰਹਿਣ ਵਾਸਤੇ ਬਸਣ ਵਾਸਤੇ ਇੱਕ ਚੰਗਾ ਮਕਾਨ ਦਿੱਤਾ। ਲੋਕ ਧਾੜ ਵੀ ਦੇਸੀ ਜੇਤੇ। ਤੇ ਇਹ ਜਿਹੜੇ ਲੋਕ ਸਨ ਨੇ ਇੱਥੋਂ ਦੇ ਜਿੰਨੇ ਵੀ ਦੇਸ਼ ਦੇ ਧਾੜਵੀ ਲੋਕ
ਮਿਲੇ ਰਾਏ ਦੁੱਲਟ ਸਹਿ ਤੇਤੇ। ਹੁਣ ਦੁੱਲਟ ਰਾਏ ਸੂਰਮਾ ਸੀ, ਇਹ ਜਿਹੜੇ ਧਾੜਵੀ ਬੰਦੇ ਸਨ ਉਹਨਾਂ ਨੂੰ ਉਹ ਜੇ ਬੰਦਾ ਚੰਗਾ, ਉਹ ਫਿਰ ਦੁੱਲਟ ਰਾਏ ਦੇ ਨਾਲ ਮਿਲ ਗਏ ਸਾਰੇ। ਧਾੜੇ ਉਨ ਪੁਨੇ ਅਧ ਕੈ ਮਾਰੇ। ਇਹਨਾਂ ਨੇ ਫਿਰ ਬਹੁਤ ਹੀ ਧਾੜੇ ਡਾਕੇ ਭਾਈ ਮਾਰਨੇ ਸ਼ੁਰੂ ਕੀਤੇ। ਤੁਰਕਨ ਕੇ ਧਨ ਲੁੱਟੇ ਅਪਾਰੇ। ਤੇ ਤੁਰਕਾਂ ਦੇ ਬਹੁਤ ਜਿਹੜਾ ਹੈ ਧਨ ਉਸ ਨੂੰ ਲੁੱਟਿਆ। ਲੁੱਟਤ ਮੁਦਈ ਮੁਦਾਲੇ ਕੋ ਹੈ। ਇਉਂ ਜਿਹੜੇ ਮੁਦਈ ਸਨ ਉਹਨਾਂ ਨੂੰ, ਜਿਹੜੇ ਮੁਦਈ ਹੈ ਮੁਦਾਲਿਆਂ ਨੂੰ ਲੁੱਟਦੇ ਸਨ। ਦੋ ਲੁੱਟ ਪ੍ਰਗਟਿਓ ਜਗ ਮੈਂ ਸੋ ਹੈ। ਇਹਦਾ ਨਾਂ ਇਸ ਕਰਕੇ ਦੋ ਲੁੱਟ ਜਗਤ ਦੇ ਵਿੱਚ ਪ੍ਰਗਟ ਹੋਇਆ ਸੀ। ਅਲ ਭਈ ਦੋ ਲੁੱਟ ਤੇ ਤਬ ਤੈ। ਇਉਂ ਦੋ ਲੁੱਟ ਇਹਦੀ ਅਲ ਉਸ ਸਮੇਂ ਪੈ ਗਈ। ਦਇਓ ਖਤਾਬ ਨ੍ਰਿਪ ਨੈ ਜਬ ਤੈ। ਜਦੋਂ ਤੋਂ ਇਹਦੇ ਭਰਾ ਪ੍ਰਿਥੀ ਰਾਜ ਨੇ ਇਹਨੂੰ ਖਤਾਬ ਦਿੱਤਾ ਸੀ। ਤਿਉਂ ਸਿੱਧੂ ਜਿਉਂ ਸਿੱਧੂ ਕੀ ਸੰਤਤ ਸਾਰੀ। ਗਿਆਨੀ ਜੀ ਕਹਿੰਦੇ ਭਾਈ ਇਹ ਇਸ ਤਰ੍ਹਾਂ ਪੈ ਗਿਆ ਜਿਵੇਂ ਸਿੱਧੂ ਦੀ ਜਿਹੜੀ ਸੰਤਾਨ ਸੀ ਸਾਰੀ। ਸਿੱਧੂ ਹੁਣ ਵਿਅਕਤੀ ਦਾ ਨਾਂ ਸੀ, ਉਹਦੀ ਜਿਹੜੀ ਸੰਤਾਨ ਸੀ ਹੈ ਸਭ ਸਿੱਧੂ ਗੋਤਰ ਵਾਰੀ। ਉਹ ਫਿਰ ਸਾਰੇ ਆਪਣੇ ਨਾਂ ਨਾਲ ਸਿੱਧੂ ਲਿਖਣ ਲੱਗ ਗਏ, ਉਹ ਸਿੱਧੂ ਗੋਤ ਵਾਲੇ ਬਣ ਗਏ। ਤਿਉਂ ਦੋ ਲੁੱਟ ਕੀ ਭਈ ਜੋ ਸੰਤਤ। ਇਸੇ ਤਰ੍ਹਾਂ ਜਿਹੜੀ ਇਹ ਦੁੱਲਟ ਦੀ ਸੰਤਾਨ ਅੱਗੇ ਹੋਈ। ਪ੍ਰਗਟੇ ਦੋ ਲੁੱਟ ਜਗਤ ਬੇਅੰਤਤ। ਇਹ ਫਿਰ ਆਪਣੇ ਨਾਲ ਜਗਤ ਦੇ ਵਿੱਚ ਬਹੁਤ ਦੁੱਲਟ ਕਰਕੇ ਹੀ ਪ੍ਰਗਟ ਹੋਏ। ਗੋਤਰ ਇਸੇ ਅਲ ਪਰ ਭਇਓ। ਇਸੇ ਅਲ ਦੇ ਉੱਤੇ ਗਿਆਨੀ ਜੀ ਕਹਿੰਦੇ ਗੋਤ ਬਣ ਗਿਆ। ਜੋ ਦੌਲਤ ਗੋਤਰ ਬਿਦ ਤਇਓ। ਇਸ ਤਰ੍ਹਾਂ ਜਿਹੜਾ ਹੈ ਦੁੱਲਟ ਗੋਤ ਪ੍ਰਗਟ ਪ੍ਰਤੱਖ ਮਸ਼ਹੂਰ ਹੋ ਗਿਆ। ਦਿੱਲੀ ਆਗਰਾ ਮਥਰਾ ਲੈ ਹੈ। ਫਿਰ ਦਿੱਲੀ ਆਗਰਾ ਮਥਰਾ ਇਤਿਆਦਿਕ ਤੱਕ ਲੁੱਟੇ ਸ਼ਹਿਰ ਲਹਿਰ ਕਰ ਤੈ ਹੈ। ਇਹਨਾਂ ਨੇ ਦੌਲਤ ਰਾਏ ਦੀ ਅਗਵਾਈ ਵਿੱਚ ਇਹ ਮਾਲਵੇ ਇੱਧਰ ਦੇ ਲੋਕਾਂ ਨੇ, ਸੁਨਾਮ ਏਰੀਏ ਦੇ ਲੋਕਾਂ ਨੇ, ਧਾੜਵੀਆਂ ਨੇ ਫਿਰ ਪੂਰੀ ਮੌਜ ਵਿੱਚ ਆ ਕੇ ਇਹਨਾਂ ਸ਼ਹਿਰਾਂ ਨੂੰ ਚੰਗਾ ਲੁੱਟਿਆ। ਸਾਤ ਪੂਤ ਦੌਲਤ ਕੇ ਥੀਏ। ਇਹ ਦੌਲਤ ਰਾਏ ਦੇ ਅੱਗੇ 7 ਪੁੱਤਰ ਪੈਦਾ ਹੋਏ। ਮੂਰ ਧਾਰ ਕੈਬੋ ਬਨ ਲੀਏ। ਇਹਨਾਂ ਦੇ ਨਾਂ ਸੀ ਮੂਰ, ਇੱਕ ਦਾ ਨਾਂ ਧਾਰ, ਇੱਕ ਦਾ ਨਾਂ ਕੈਬੋ, ਇੱਕ ਦਾ ਨਾਂ ਬਨ। ਇਹੋ ਜਿਹੇ ਨਾਮ ਰੱਖ ਲਏ। ਲੌਂਗੋ ਰਾਜਾਣੀ ਬੜਿਆਣੀ। ਇਸ ਤਰ੍ਹਾਂ ਇੱਕ ਲੌਂਗੋ ਹੋਇਆ, ਇੱਕ ਰਾਜਾਣੀ, ਇੱਕ ਬੜਿਆਣੀ। ਇਹਨਾਂ ਦੇ ਨਾਂ ਤੇ ਫਿਰ ਗੁਰਮੁਖੋ ਮੂਲੋਵਾਲ, ਧਾਰੀਵਾਲ, ਕੈਬੋਵਾਲ, ਲੌਂਗੋਵਾਲ ਇਹ ਨਗਰ ਬਸੇ ਹਨ। ਰਾਏ ਨਾਮ ਸਭ ਭਏ ਮਹਾਣੀ। ਇਹਨਾਂ ਨੇ ਜਿਵੇਂ ਮੂਰ ਰਾਏ, ਧਾਰ ਰਾਏ, ਕੈਬੋ ਰਾਏ, ਬਨ ਰਾਏ, ਲੌਂਗੋ ਰਾਏ, ਰਾਜਾਣੀ ਰਾਏ, ਇਸ ਤਰ੍ਹਾਂ ਇਹ ਰਾਏ ਨਾਮ ਕਰਕੇ ਹੀ ਸਾਰੇ ਕਹਿੰਦੇ ਭਾਈ ਵੱਡੇ ਨਾਮ ਇਹੋਂ ਮਹਾਨ ਹੋਏ। ਸੁਤ ਨਾਤੀ ਜਬ ਬਹੁ ਬਿਰਧੀਏ। ਤੇ ਅੱਗੇ ਫਿਰ ਪੁੱਤਰ ਪੋਤਰੇ ਹੋਰ ਜਦੋਂ ਬਹੁਤ ਵੱਧ ਗਏ। ਵਿਆਹੇ ਧਾਮ ਜੱਟਨ ਕੇ ਲੀਏ। ਤੇ ਇਧਰ ਜੱਟਾਂ ਦੇ ਘਰ ਸਨ ਸਾਰੇ, ਤੇ ਇਹਨਾਂ ਘਰਾਂ ਦੇ ਵਿੱਚ ਫਿਰ ਇਹਨਾਂ ਦੇ ਭਾਈ ਅੱਗੇ ਦੇ ਅੱਗੇ ਵਿਆਹ ਸ਼ਾਦੀਆਂ ਹੋ ਗਈਆਂ। ਤਿਨ ਕੀ ਸੰਤਤ ਬੜੀ ਅਪਾਰ ਹੈ। ਇਹਨਾਂ ਦੀ ਫਿਰ ਅੱਗੇ ਬਹੁਤ ਸੰਤਾਨ ਵਧੀ, ਔਲਾਦ ਵੱਧ ਗਈ। ਦੌਲਤ ਤਿਨ ਕੋ ਲੋਗ ਉਚਾਰੈ। ਤੇ ਇਹਨਾਂ ਨੂੰ ਫਿਰ ਲੋਗ ਦੌਲਤ ਕਹਿਣ ਲੱਗ ਪਏ। ਦੌਲਤ ਅਲ ਰਹੀ ਤਿਨ ਪਹਿਲੇ। ਪਹਿਲਾਂ ਤਾਂ ਦੌਲਤ ਕੇਵਲ ਅਲ ਰਹੀ। ਅਲ ਹੁੰਦਾ ਜਿਵੇਂ ਕਿਸੇ ਨਾਲ ਕੋਈ ਅਲ ਜੁੜ ਜਾਂਦੀ ਹੈ, ਫਲਾਣਿਆਂ ਦਾ ਲਾਣਾ। ਪਹਿਲਾਂ ਤਾਂ ਇਹ ਦੌਲਤ ਇੱਕ ਅਲ ਰਹੀ। ਇਹੀ ਗੋਤ ਥਇਓ ਫਿਰ ਸਹਿਲੇ। ਫਿਰ ਭਾਈ ਹੌਲੀ ਹੌਲੀ ਸੌਖਿਆਂ ਹੀ ਗੋਤ ਬਣ ਗਿਆ। ਜਿਉਂ ਸਿੱਧੂ ਕੇ ਸੁੱਤ ਬਿਰਾੜ ਤੈ। ਹੁਣ ਜਿਵੇਂ ਪਹਿਲਾਂ ਦੱਸਿਆ ਵੀ ਸਿੱਧੂ ਵਿਅਕਤੀ ਦਾ ਨਾਮ ਸੀ ਤੇ ਉਹਦੀ
ਅੱਗੇ ਕੁੱਲ ਵਾਲੇ ਆਪਣੇ ਨਾਂ ਨਾਲ ਸਿੱਧੂ ਲਿਖਣ ਲੱਗ ਗਏ। ਸਿੱਧੂ ਗੋਤ ਚੱਲ ਪਿਆ। ਫਿਰ ਇਹਦੀ 10ਵੀਂ ਪੀੜ੍ਹੀ ਵਿੱਚ ਇੱਕ ਵਿਅਕਤੀ ਜੰਮਿਆ, ਉਹਦਾ ਨਾਂ ਸੀ ਬਰਾੜ। 10ਵੀਂ ਪੀੜ੍ਹੀ 'ਚ ਬਰਾੜ ਵੀ ਹੁਣ ਇੱਕ ਵਿਅਕਤੀ ਦਾ ਨਾਂ ਸੀ, ਪਰ ਉਹ ਸੂਰਮਾ ਸੀ, ਇਸ ਕਰਕੇ ਉਹਦਾ ਨਾਂ ਬਹੁਤ ਮਸ਼ਹੂਰ ਹੋ ਗਿਆ। ਜਿਹੜੀ ਗਾਂ ਉਹਦੀ ਔਲਾਦ ਹੋਈ ਉਹਨਾਂ ਨੇ ਆਪਣੇ ਨਾਂ ਬਰਾੜ ਲਿਖਣਾ ਸ਼ੁਰੂ ਕਰਤਾ, ਤੇ ਇਸ ਕਰਕੇ ਸਿੱਧੂ ਤੇ ਬਰਾੜ ਇਹ ਇੱਕੋ ਹੀ ਗੋਤ ਹੈ। ਇਹ ਹੁਣ ਤੱਕ ਇਹ ਸਾਰੇ ਜਾਣਦੇ, ਜਿਹੜੇ ਉਹ ਇੱਕੋ ਹੀ ਮੰਨਦੇ ਆ। ਤੇ ਫਿਰ ਇਹ ਬਹੁਤ ਫੈਲਿਆ ਸਿੱਧੂ ਗੋਤ ਦੂਰ ਦੂਰ ਤੱਕ, ਤੇ ਬਰਾੜ ਮਾਲਵੇ ਵਿੱਚ ਜ਼ਿਆਦੇ ਆ। ਸਿੱਧੂ ਤਾਂ ਸਾਰੇ ਹੀ ਨੇ ਨਾ, ਜਿੱਥੇ ਮਰਜ਼ੀ ਚਲੇ ਜਾਓ ਤੁਸੀਂ, ਅੰਮ੍ਰਿਤਸਰ ਸਾਹਿਬ ਕੀ ਹੋਰ ਸਾਰੇ ਪਾਸੇ। ਤੇ ਇਹਨਾਂ ਚੋਂ ਹੀ ਫਿਰ ਜਿਹੜਾ 10ਵੀਂ ਪੀੜ੍ਹੀ ਜੰਮਿਆ ਬਰਾੜ, ਉਹਦੇ ਉਹ ਸੂਰਮਾ ਸੀ, ਚੰਗਾ ਯੋਧਾ ਸੀ, ਉਹਦਾ ਨਾਂ ਮਸ਼ਹੂਰ ਹੋ ਗਿਆ। ਉਹਦੀ ਔਲਾਦ ਨੇ ਉਹ ਨਾਂ ਨਾਲ ਲਿਖਣਾ ਸ਼ੁਰੂ ਕਰਤਾ। ਤੇ ਗਿਆਨੀ ਜੀ ਕਹਿੰਦੇ ਭਾਈ ਇਸ ਤਰ੍ਹਾਂ ਜਿਉਂ ਸਿੱਧੂ ਕੇ ਸੁੱਤ ਬਰਾੜ ਹੈ, ਜਿਵੇਂ ਸਿੱਧੂ ਕਿਆਂ ਦੇ ਵਿੱਚ ਫਿਰ ਇੱਕ ਪੁੱਤਰ ਬਰਾੜ ਹੋਇਆ। ਬਿਦ ਤਿਓ ਗੋਤ ਬਰਾੜ ਆੜ ਤੈ, ਉਸ ਸਮੇਂ ਤੋਂ ਭਾਈ ਇਹ ਫਿਰ ਬਰਾੜ ਗੋਤ ਜਿਹੜਾ ਹੈ ਮਸ਼ਹੂਰ ਹੋ ਗਿਆ। ਦੌਲਤ ਲੋਗ ਬੜੇ ਜਬ ਭਾਰੇ, ਇਹ ਤਾਂ ਹੁਣ ਪ੍ਰਮਾਣ ਦਿੱਤਾ। ਇਹ ਗੱਲ ਤਾਂ ਦੌਲਤ ਦੀ ਦੱਸ ਰਹੇ, ਜਦੋਂ ਬਹੁਤ ਜ਼ਿਆਦੇ ਫਿਰ ਜਿਹੜੇ ਦੌਲਤ ਗੋਤ ਵਾਲੇ ਲੋਕ ਹੋਰ ਵੱਧ ਗਏ। ਬਸੇ ਬਸਾਏ ਗਾਮ ਨਿਜ ਚਾਰੇ, ਤਾਂ ਫਿਰ ਇਹਨਾਂ ਨੇ ਮਾਲਵੇ ਵਿੱਚ ਇਸ ਏਰੀਏ ਵਿੱਚ ਆਪਣੇ 4 ਪਿੰਡ ਵਸਾ ਲਏ। 4 ਪਿੰਡ ਵਸਾ ਕੇ ਵਸ ਗਏ। ਚੱਠੇ, ਉਪਲੀ, ਕੈਬੋਂ ਵਾਲੇ। ਇਹ ਕਿਹੜੇ ਪਿੰਡ ਵਸਾਏ? ਇੱਕ ਤਾਂ ਚੱਠਾ, ਇੱਕ ਭਾਈ ਉਪਲੀ, ਤੇ ਤੀਜਾ ਕੈਂਬੋਵਾਲ, ਲੌਂਗੋਵਾਲਾ ਦਿਕ ਬੇਸਾਲੇ, ਇੱਕ ਭਾਈ ਲੌਂਗੋਵਾਲ ਤੇ ਆਦਿਕ। ਇਹ ਵੱਡੇ ਜਿਹੜੇ ਪਿੰਡ ਸੀ ਇਹ ਵਸਾ ਲਏ। ਬਸੇ ਅਧਿਕ ਇਨ ਪਿੰਡਨ ਮਹਿ, ਇਉਂ ਬਹੁਤੇ ਤਾਂ ਜਿਹੜੇ ਦੌਲਤ ਸਨ ਉਹ ਫਿਰ ਇਹਨਾਂ ਪਿੰਡਾਂ ਦੇ ਵਿੱਚ ਵਸ ਗਏ। ਕੇ ਚਿਤ ਗਏ ਪੰਜਾਬ ਮਧੈ ਹੈ, ਕੁਝ ਫਿਰ ਪੰਜਾਬ ਦੇ ਮੱਧ ਵਿੱਚ ਕੋਈ ਮਾਝੇ ਤੇ ਆਦਿਕ ਇੱਧਰ ਉੱਧਰ ਵੀ ਜਾ ਕੇ ਵਸ ਗਏ। ਭੂਪ ਨੂਰਪੁਰ ਵਾਰੇ ਪਾਸੈ, ਕਿਉਂਕਿ ਨੌਕਰੀਆਂ ਕਰਨ ਲੱਗ ਗਏ ਦੂਰ ਦਰਾਡੇ, ਫਿਰ ਉੱਥੇ ਹੀ ਰਹਿਣਾ ਸ਼ੁਰੂ ਕਰਤਾ। ਜਿਵੇਂ ਨੂਰਪੁਰਵਾਲ ਦੇ ਰਾਜੇ ਦੇ ਕੋਲ ਨੌਕਰ ਰਹੇ ਸੁਭਟ ਵਹਿ ਖਾਸੈ, ਇਹ ਫਿਰ ਦੌਲਤ ਉਹਦੇ ਕੋਲੇ ਜਾ ਕੇ ਚੰਗੇ ਸੂਰਮੇ ਜਿਹੜੇ ਸੀ ਨੌਕਰ ਬਣ ਗਏ, ਨੌਕਰੀ ਕੀਤੀ। ਮਾਹੀਆ ਮਾਲੀ ਰਾਏ ਬਹਾਦਰ, ਇਸ ਤਰ੍ਹਾਂ ਭਾਈ ਮਾਹੀਆ ਮਾਲੀ ਰਾਏ ਬਹਾਦਰ। ਬਿਦ ਤੇ ਸੰਤਤ ਬ੍ਰਿਧੀ ਸਾਦਰ, ਇਹ ਫਿਰ ਪ੍ਰਗਟ ਹੋਏ। ਇਉਂ ਕਹਿੰਦੇ ਮਹਾਨ ਚੰਗੀ ਅੱਗੇ ਦੀ ਅੱਗੇ ਔਲਾਦ ਵਧੀ। ਨਿਕਟ ਬਟਾਲੇ ਭਿਖ ਥਲ ਨੀਕੈ, ਇਹਨਾਂ ਨੇ ਫਿਰ ਬਟਾਲੇ ਦੇ ਕੋਲੇ ਚੰਗੀ ਜਗ੍ਹਾ ਵੇਖ ਕਰਕੇ ਗਾਮ ਬਸਾਇਓ ਤਹਿ ਨਿਜ ਠੀਕੈ, ਇਹਨਾਂ ਦੌਲਤਾਂ ਨੇ ਉੱਥੇ ਭਾਈ ਇੱਕ ਆਪਣਾ ਚੰਗਾ ਨਗਰ ਬਸਾ ਲਿਆ। ਦੌਲਤ ਨਾਮ ਗਾਮ ਕਾ ਧਾਰਾ, ਤੇ ਉਸ ਨਗਰ ਦਾ ਨਾਂ ਇਹਨਾਂ ਨੇ ਦੌਲਤ ਰੱਖਿਆ, ਜੋ ਪਿੰਡ ਦੌਲਤ ਹੈ। ਅਬ ਦੌਲਤ ਤਹਿ ਬਸਤ ਅਪਾਰਾ, ਕਹਿੰਦੇ ਭਾਈ ਹੁਣ ਬਹੁਤ ਵੱਡਾ ਪਿੰਡ ਦੌਲਤ ਗਿਆਨੀ ਜੀ ਕਹਿੰਦੇ ਬਸਦਾ ਹੈ। ਜਿਨ ਮੈਂ ਸੇ ਗੰਡਾ ਸਿੰਘ ਚਾਰੀ, ਦੇਖੋ ਫਿਰ ਇਹ ਦੌਲਤਾਂ ਦੇ ਵਿੱਚੋਂ ਉਸ ਪਿੰਡ ਵਿੱਚੋਂ ਹੀ ਕਹਿੰਦੇ ਭਾਈ ਇੱਕ ਗਿਆਨੀ ਗੰਡਾ ਸਿੰਘ ਬਹੁਤ ਹੀ ਚੰਗਾ ਸੁੰਦਰ ਅੰਮ੍ਰਿਤਸਰ ਦਰਬਾਰ ਪੁਜਾਰੀ, ਜੋ ਭਾਈ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਪੁਜਾਰੀ ਹੈ ਅਰਦਾਸੀਆ ਨੇਕ ਮਹਾਨੈ, ਤੇ ਕਹਿੰਦੇ ਭਾਈ ਉਹ ਚੰਗਾ ਮਹਾਨ ਅਰਦਾਸੀਆ ਹੈ ਗੁਰੂ ਮਹਾਰਾਜ ਦੇ ਦਰਬਾਰ ਦਾ। ਅਬ ਆਗੇ ਔਰਨ ਕੀ ਭਾਨੈ, ਹੁਣ ਕਹਿੰਦੇ ਭਾਈ ਅੱਗੇ ਤੁਹਾਨੂੰ ਹੋਰਾਂ ਦੀ ਜਿਹੜੀ ਹੈ ਉਹ ਕਥਾ ਦੱਸਦੇ ਆਂ, ਭਾਵ ਅੱਗੇ ਕੁਝ ਹੋਰਾਂ ਦੀ ਬਿਆਨ ਕਰਦੇ ਆਂ। ਗਿਆਨੀ ਜੀ ਕਹਿੰਦੇ ਇਸ ਤਰ੍ਹਾਂ ਦੇ ਜਿਹੜੇ ਹੈ ਜੋ ਨਗਰ ਬਸੇ ਤੇ ਉੱਥੇ ਇਹ ਸਾਰਾ ਖੇਡਾਂ ਹੋਈਆਂ। ਹੁਣ ਕਹਿੰਦੇ ਔਰਨ ਕੀ ਭਾਨੈ,
ਹੁਣ ਕਹਿੰਦੇ ਭਾਈ ਕੁਝ ਹੋਰਾਂ ਦੀ ਦੱਸਦੇ ਹਾਂ, ਤੇ ਉਹ ਫਿਰ ਗੁਰੂ ਮਹਾਰਾਜ 9ਵੇਂ ਪਾਤਸ਼ਾਹ ਮਹਾਰਾਜ ਤੋਂ ਗੱਲ ਸ਼ੁਰੂ ਕਰਨਗੇ ਗਿਆਨੀ ਗਿਆਨ ਸਿੰਘ ਜੀ, ਕਿ ਫਿਰ ਜਿਹੜਾ ਹੈ ਵੀ ਅਸੀਂ ਸਿੱਖੀ 'ਚ ਕਿਵੇਂ ਆਏ। ਇਹ ਤਾਂ ਪਹਿਲਾਂ ਦੀ ਗੱਲ ਸੀ ਨਾ। ਫਿਰ ਇਹ ਦੁੱਲਟ ਜਿਹੜੇ ਹੈ ਇਹਨਾਂ ਨੂੰ ਸਿੱਖੀ ਰੰਗਤ ਕਿਵੇਂ ਚੜ੍ਹੀ। ਇਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਇਲਾਕੇ ਵਿੱਚ ਗਏ ਜਦੋਂ, ਤੇ ਫਿਰ ਜਿਹੜੇ ਦੁੱਲਟ ਗੋਤ ਦੇ ਸਨ ਗੁਰੂ ਮਹਾਰਾਜ ਤੋਂ ਉਪਦੇਸ਼ ਲਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਸਿੱਖ ਬਣੇ। ਫਿਰ 10ਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਤਿਉਂ ਫਿਰ ਇਹਨਾਂ ਵਿੱਚੋਂ ਹੀ ਦੇਖੋ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ, ਬੰਦ ਕੱਟੇ ਗਏ, ਤੇ ਹੋਰ ਪਰਿਵਾਰ ਦੇ ਪੁੱਤ ਪੋਤਰੇ ਕੀ ਜਿਹੜੇ ਹੈ 60-65 ਇਸ ਪਰਿਵਾਰ ਦੇ ਸ਼ਹੀਦ ਹੋਏ ਆ। ਮਨੀ ਸਿੰਘ ਦੇ ਪਿਤਾ ਜੀ, ਭਰਾ, ਪੁੱਤਰ, ਭਤੀਜੇ ਕੀ, ਪੋਤਰੇ ਕੀ। ਇਹਨਾਂ ਵਿੱਚੋਂ ਹੀ ਜਿਹੜਾ ਸੀ ਫਿਰ ਸਰਦਾਰ ਨਗਾਈਆ ਸਿੰਘ ਸੀ, ਜਿਹਨੇ ਗੁਰਮੁਖੋ ਇੱਥੇ ਆਲਮਗੀਰ ਸਾਹਿਬ ਮਹਾਰਾਜ ਨੂੰ ਲਿਆ ਕੇ 10ਵੇਂ ਪਾਤਸ਼ਾਹ ਨੂੰ ਘੋੜਾ ਭੇਟ ਕੀਤਾ ਸੀ, ਕਿਉਂਕਿ ਉਹ ਚੱਲ ਪਿਆ ਸੀ ਉਧਰੋਂ। ਇਹ ਫਿਰ ਇਹਦੀ ਕੁੱਲ ਵਿੱਚ ਹੀ ਨਗਾਈਆ ਸਿੰਘ ਦੀ ਕੁੱਲ ਦੇ ਵਿੱਚ ਹੀ ਗਿਆਨੀ ਗਿਆਨ ਸਿੰਘ ਜੀ ਹੋਏ ਹੈ। ਉਹ ਗੱਲ ਸਾਰੀ ਦੱਸਣੀ ਹੈ। ਇਹ ਤਾਂ ਹੁਣ ਤੱਕ ਦੱਸਿਆ ਦੁੱਲਟਾਂ ਦਾ। ਹੁਣ ਕਹਿੰਦੇ ਭਾਈ ਜਿਹੜੀ ਹੈ ਵੀ ਔਰਨ ਕੀ ਭੰਨ ਹੈ, ਹੁਣ ਹੋਰਾਂ ਦੀ ਅੱਗੇ ਜਿਹੜੀ ਹੈ ਉਹ ਕਥਾ ਤੁਹਾਨੂੰ ਦੱਸਦੇ ਆ। ਇਹ ਹੁਣ ਆਪਾਂ ਕੱਲ ਦੇ ਸਮੇਂ ਪੜ੍ਹ ਸੁਣ ਲਵਾਂਗੇ, ਤੇ ਨਾਲ ਹੀ ਕੱਲ ਨੂੰ ਭਾਈ ਇਸ ਗ੍ਰੰਥ ਦੀ ਨਾਲ ਇਹ ਜਿਹੜੀ ਹੈ ਕਥਾ ਇਸ ਗ੍ਰੰਥ ਦੀ ਸਮਾਪਤ ਹੋ ਜਾਏਗੀ, ਤੇ ਪਰਸੋਂ ਫਿਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ, ਵਿਸਾਖੀ ਜੋੜ ਮੇਲਾ, ਤੇ ਉਸ ਤੋਂ ਬਾਅਦ ਆਪਾਂ ਫਿਰ ਦੇਖ ਲਾਂਗੇ ਇੱਕ ਅੱਧਾ ਦਿਨ ਜੇ ਕੋਈ ਹੋਈ ਰੈਸਟ ਉਸ ਨਾਲ, ਤਾਂ ਆਪਾਂ ਕਥਾ ਜਿਹੜੀ ਹੈ ਉਹ ਫਿਰ ਨਵੇਂ ਕਿਸੇ ਗ੍ਰੰਥ ਦੀ ਸ਼ੁਰੂ ਕਰ ਲਵਾਂਗੇ। ਗੁਰੂ ਮਹਾਰਾਜ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।